ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। इस महफिल ਦੇ ਵਿੱਚ ਇੱਕ ਵਾਰੀ ਫਿਰ ਤੋਂ ਆਓ ਸਰਦਾਰ ਜਸਬੀਰ ਸਿੰਘ ਜੀ ਪੱਟੀ ਨਾਲ ਗੱਲਬਾਤ ਕਰਾਂਗੇ ਵੌਇਸ ਆਫ ਸਿਟੀ 1320 AM ਤੇ ਰੰਗਲਾ ਪੰਜਾਬ ਦੀ ਅੱਜ ਦੀ ਇਸ ਮਹਿਫਿਲ ਦੇ ਵਿੱਚ। ਲਓ ਸਵਾਗਤ ਹੈ ਪੱਟੀ ਸਾਹਿਬ। ਐਨੀ ਮੂਵਮੈਂਟ ਸਾਡੇ ਨਾਲ ਜੁੜਨਗੇ 905 813 1320 9058131320 ਨੰਬਰ ਹੋਵੇਗਾ ਸਟੂਡੀਓ ਦਾ ਔਰ ਪਰਸਨਲ ਨੰਬਰ ਹੈ 416 716 7794 ਔਰ ਜੇ ਤੁਸੀਂ IPTV ਬਾਕਸ ਦੀ ਸਰਵਿਸ ਲੈਣੀ ਹੈ ਤਾਂ ਸਾਡੇ ਨਾਲ ਜੁੜਨ ਵਾਸਤੇ IPTV 647 554 58 647 554 5859 ਤੇ ਕਾਲ ਕੀਤਾ ਜਾ ਸਕਦਾ। ਪਾਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਠੀਕ ਠਾਕ ਹੋ? ਬਿਲਕੁਲ ਠੀਕ। ਤੁਸੀਂ ਸੁਣਾਓ? ਅੱਜ ਤੁਹਾਡੇ ਵਾਲੇ ਪਾਸਿਓਂ ਹੈ ਆਵਾਜ਼ ਦੀ ਗੜਬੜ, ਸਾਡੇ ਵਾਲੇ ਪਾਸਿਓਂ ਨਹੀਂ ਹੈ। ਥੋੜਾ ਜਿਹਾ ਨੂੰ ਦੇਖੋ। ਬਿਲਕੁਲ ਠੀਕ ਹੋ ਗਿਆ ਜੀ। ਬਿਲਕੁਲ ਠੀਕ। ਚਲੋ ਮਿਹਰਬਾਨੀ, ਥੈਂਕ ਯੂ। ਪਹਿਲਾਂ ਤਾਂ ਦਿੱਲੀ ਦੱਸੋ ਕਿ ਕਿਹੋ ਜਿਹੇ ਹਾਲਾਤ ਨੇ ਉੱਥੇ? ਕੋਈ ਰਿਜ਼ਲਟ ਆਉਣੇ ਸ਼ੁਰੂ ਹੋਏ? ਕਿੰਨੇ ਵਜੇ ਸ਼ੁਰੂ ਹੋਣੀ ਹੈ ਚੋਣ ਦੀ? 8 ਵਜੇ ਗਿਣਤੀ ਸ਼ੁਰੂ ਹੋਣੀ ਸੀ ਜੀ। ਮੇਰੀ ਹੁਣੇ ਗੱਲ ਹੋਈ ਆ ਕਿ ਕਹਿੰਦੇ ਹੁਣੇ ਜੇ ਗਿਣਤੀ ਸ਼ੁਰੂ ਹੋਈ ਹੈ, ਜੇ ਰੁਝਾਨ ਦੀ ਇਹ ਗੱਲ ਟਾਈਮ ਲੱਗੇਗਾ ਪਤਾ ਲੱਗਣ ਤੇ। ਦੇਖੋ ਹੁਣ ਗਿਣਤੀ ਸ਼ੁਰੂ ਹੋਈ ਕਿ ਉਹ ਡੱਬੇ ਸਿੱਧੇ ਕਰਨੇ, ਬੰਦੇ ਥਾਂ ਥਾਂ ਤੇ ਪਾਉਣੇ, ਫਿਰ ਉਸ ਦਾ ਟਾਈਮ ਲੱਗਦਾ ਉਹਦੀ। ਉਮੀਦ ਆ ਵੀ 12 ਵਜੇ ਤੱਕ ਪਤਾ ਲੱਗ ਜਾਏਗਾ ਵੀ ਕਿਹੜਾ ਅੱਗੇ ਚੱਲ ਰਿਹਾ ਤੇ ਕਿਹੜਾ ਪਿੱਛੇ ਚੱਲ ਰਿਹਾ। ਤੇ ਜਿਹੜਾ ਤੁਹਾਡਾ ਸਵੇਰ ਦਾ ਪ੍ਰੋਗਰਾਮ ਬਣੇ ਤਾਂ ਸਾਡਾ ਸਾਹਮਣਾ ਉਹਦੇ ਤੇ ਪੂਰੀ ਰਿਪੋਰਟ ਆ ਜਾਏਗੀ। ਚਲੋ ਵੌਇਸ ਆਫ ਸਿਟੀ 1320 AM ਤੇ ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਗੱਲ ਕਰੀਏ ਤਾਂ ਰੰਗਲਾ ਪੰਜਾਬ ਦੀ ਅੱਜ ਦੀ ਇਸ ਮਹਿਫਿਲ ਦੇ ਵਿੱਚ ਕਿ ਕਿਸਾਨ ਜਿਹੜੇ ਨੇ ਉਹ ਹੁਣ ਥੋੜ੍ਹੇ ਸਖਤ ਹੋਏ ਫਿਰਦੇ ਨੇ। ਗੰਨੇ ਦੇ ਮਸਲੇ ਨੂੰ ਲੈ ਕੇ ਗੱਲ ਬਣੀ ਹੈ, ਕਿਸਾਨਾਂ ਤੇ ਸਰਕਾਰ ਵਿੱਚ ਹੋਇਆ ਸਮਝੌਤਾ, ਧਰਨਾ ਖਤਮ, ਕਹਿੰਦੇ ਕਾਫੀ ਖੁਸ਼ੀ ਮਨਾਈ ਗਈ ਹੈ, ਲੱਗੇ ਜਿੱਤ ਦੇ ਨਾਅਰੇ ਤੇ ਜਕਾਰੇ। ਕੈਪਟਨ ਨੇ ਕਿਸਾਨਾਂ ਦੇ ਕੋਲੋਂ ਲੱਡੂ ਵੀ ਖਾਧੇ ਨੇ। ਕਿਆ ਬਾਤ ਹੈ। ਇਸੇ ਤਰ੍ਹਾਂ ਜੇਕਰ ਦਿੱਲੀ ਵਾਲੇ ਵੀ ਜਕਾਰੇ ਬੁਲਾ ਦੇਣ ਤੇ ਨਰਿੰਦਰ ਮੋਦੀ ਸਾਹਿਬ ਮੂੰਹ ਮੁੱਠਾ ਕਰਕੇ ਉੱਥੇ ਇਹਨਾਂ ਨੂੰ ਤੋੜ ਦੇਣ ਤੇ ਚੰਗੀ ਗੱਲ ਨਹੀਂ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਇਹਨਾਂ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਆ, ਇਹ ਕਿਸਾਨਾਂ ਦਾ ਧਰਨਾ ਜਿਹੜਾ ਵਾ ਕਰੀਬ 5 ਦਿਨ ਚੱਲਿਆ। ਇਹਦੇ ਵਿੱਚ ਜਿਹੜੀ ਆ ਉਹ ਟਰਾਂਸਪੋਰਟ ਨਹੀਂ, ਰੇਲਵੇ ਜਿਹੜੀ ਆ 150 ਟ੍ਰੇਨਾਂ ਪ੍ਰਭਾਵਿਤ ਹੋਈਆਂ। ਲੋਕ ਪਰੇਸ਼ਾਨ ਸੀਗੇ। ਈਵਨ ਇੱਥੋਂ ਤੱਕ ਕਿ ਇਹਨਾਂ ਅਖਬਾਰਾਂ ਦੀਆਂ ਗੱਡੀਆਂ ਲੈ ਕੇ ਉਹ ਵੀ ਨਹੀਂ ਲੰਘ ਸਕਦੀਆਂ। ਉਹ ਵੀ 100 ਕਿਲੋਮੀਟਰ ਘੁੰਮ ਕੇ ਫਿਰ ਡੈਸਟੀਨੇਸ਼ਨ ਪਹੁੰਚਦੀਆਂ ਸੀਗੀਆਂ। ਇਸ ਕਰਕੇ ਜਿਹੜਾ ਸੀ ਲੋਕ ਪਰੇਸ਼ਾਨ ਜ਼ਰੂਰ ਸੀ, ਲੇਕਿਨ ਕਹਿੰਦੇ ਕੁਛ ਨਹੀਂ ਸੀ, ਬੋਲਦੇ ਕੁਛ ਨਹੀਂ ਸੀਗੇ। ਲੇਕਿਨ ਜਿਸ ਤਰੀਕੇ ਨਾਲ ਇਸ ਧਰਨੇ ਨੂੰ ਵੀ ਲੋਕਾਂ ਨੇ ਵੱਡੀ ਗਿਣਤੀ ਸ਼ਮੂਲੀਅਤ ਕਰਕੇ ਜਿਹੜਾ ਸੀ ਹੁੰਗਾਰਾ ਦਿੱਤਾ, ਬੱਚੇ ਬੱਚੀਆਂ ਆਏ, ਬੀਬੀਆਂ ਆਈਆਂ, ਉਹ ਵੀ ਇੱਕ ਵਿਲੱਖਣ ਸੀ। ਪਹਿਲੀ ਮੀਟਿੰਗ ਇਹਨਾਂ ਦੀ 22 ਤਰੀਕ ਨੂੰ ਹੋਈ ਸੀ ਸਹਿਕਾਰਤਾ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨਾਲ, ਲੇਕਿਨ ਉਹ ਪਹਿਲਾਂ ਹੀ ਪਤਾ ਸੀ ਕਿ ਇਸ ਮੀਟਿੰਗ ਦਾ ਸਿੱਟਾ ਕੋਈ ਨਹੀਂ ਨਿਕਲਣਾ ਕਿ ਉਹਨਾਂ ਕੋਲ ਪਾਵਰ ਹੀ ਕੋਈ ਨਹੀਂ। ਨਾਲੇ ਕੈਪਟਨ ਸਾਹਿਬ ਇਹ ਜਿਹੜੇ ਵਾ ਉਹ ਇਸ ਵੇਲੇ ਜੋ ਰੇਟ ਵਧਾਏ ਨੇ ਉਹ ਕੋਈ ਹਿਸਾਬ ਨਹੀਂ ਕੀਤਾ। ਬੇਸਿਕਲੀ ਚਾਵਲਾ ਸਾਹਿਬ ਹੁੰਦਾ ਕੀ ਸੀਗਾ? ਫਾਰ ਐਗਜ਼ਾਮਪਲ 100 ਰੁਪਇਆ ਦਿੰਦੀ ਹੈ ਸਾਡੀ ਸੈਂਟਰ ਸਰਕਾਰ ਤੇ 100 ਦਿੰਦੀ ਹੈ ਸਟੇਟ, 200 ਰੁਪਇਆ ਹੋ ਗਿਆ। ਹੁਣ ਸੈਂਟਰ ਨੇ ਕਿਹਾ ਜੀ ਅਸੀਂ 25 ਰੁਪਏ ਹੋਰ ਵਧਾ ਦਿੱਤੇ, ਉਹ ਹੋ ਗਿਆ 225 ਰੁਪਏ। ਸਟੇਟ ਕੀ ਕਰਦਾ ਸੀ, ਉਹ ਆਪਣੇ ਖਾਤੇ 'ਚ 10 ਘਟਾ ਕੇ 215 ਕਰ ਦਿੰਦਾ। ਮਤਲਬ ਕਿਸਾਨਾਂ ਨੂੰ ਜੋ ਉੱਤੋਂ ਮਿਲਦੀ ਸੀ ਪੂਰਾ ਨਹੀਂ ਸੀ ਮਿਲਦਾ। ਇਸ ਕਰਕੇ ਕਿਸਾਨਾਂ ਨੂੰ ਗੁੱਸਾ ਇਹ ਵੀ ਸੀਗਾ ਵੀ ਭਾਈ ਉੱਪਰੋਂ ਤਾਂ ਸਾਨੂੰ ਮਿਲ ਗਿਆ ਤੇ ਤੁਸੀਂ ਸਾਡੇ ਇੱਥੇ ਖਾਈ ਜਾਂਦੇ, ਜਿਹਦੇ ਕਰਕੇ ਉਹ ਮਜਬੂਰ ਹੋ ਗਏ ਤੇ 358 ਰੁਪਏ ਕੁਇੰਟਲ ਜਿਹੜੀ ਹਰਿਆਣੇ 'ਚ ਦੇ ਰਹੀ ਹੈ ਹਰਿਆਣਾ ਸਰਕਾਰ, 325 ਰੁਪਏ ਜਿਹੜੀ ਆ ਦੇ ਰਹੀ ਯੂਪੀ ਸਰਕਾਰ ਦੇ ਰਹੀ ਹੈ। ਲੇਕਿਨ ਉੱਥੋਂ ਦੀਆਂ ਜਿਹੜੀਆਂ ਸੰਮਤੀਆਂ ਬਣੀਆਂ ਨੇ, ਕੇਨ ਸੰਮਤੀਆਂ ਬਣੀਆਂ 2, ਉਹਨਾਂ ਨੇ ਕਹਿ ਦਿੱਤਾ ਵੀ ਭਾਈ 380 ਰੁਪਏ ਖਰਚ ਤੇ ਕਿਸਾਨ ਨੂੰ ਘਰ ਪੈਂਦਾ, ਤੁਸੀਂ 325 ਕਿਉਂ ਦੇ ਰਹੇ ਹੋ? ਅਜੇ ਮੋਰਚਾ ਉੱਥੇ ਵੀ ਲੱਗ ਸਕਦਾ ਵਾ। ਉਹਨਾਂ ਦੇ ਮੇਰੇ ਖਿਆਲ ਸ਼ਾਇਦ 8000 ਰੁਪਇਆ ਅਜੇ ਤੱਕ ਜਿਹੜਾ ਮਿਲਣਾ ਦਾ ਹਜੇ ਤੱਕ ਬਕਾਇਆ, ਜਿਹੜਾ ਮਿਲਣਾ ਬਕਾਇਆ ਨਹੀਂ ਦੇ ਰਹੀ ਹੈ। ਜਿਹੜਾ ਕਾਨੂੰਨ ਕਹਿੰਦਾ ਉਹ ਕਹਿੰਦਾ ਕਿ 14 ਦਿਨਾਂ ਦੇ ਅੰਦਰ ਜੇ ਅਦਾਇਗੀ ਨਹੀਂ ਕਰਦੇ ਤੇ ਇਹਨਾਂ ਨੂੰ 15% ਵਿਆਜ ਦੇ ਨਾਲ ਪੇਮੈਂਟ ਕਰਨੀ ਪਊ। ਲੇਕਿਨ 2-2 ਸਾਲ ਹੋ ਗਏ ਆ
ਵਿਆਜ ਤਾਂ ਬੜੀ ਦੂਰ ਦੀ ਗੱਲ, ਮੂਲ ਵੀ ਨਹੀਂ ਬਣਿਆ। ਕੈਪਟਨ ਸਾਹਿਬ ਨੇ ਵੀ ਕਹਿਤਾ ਜਿਹੜੇ ਪੰਜਾਬ ਦੇ ਕਿਸਾਨਾਂ ਦਾ 160 ਕਰੋੜ ਰੁਪਇਆ ਮਿਲਾਂ ਵਾਲੇ ਪਾਸੇ, ਸਰਕਾਰ ਵਾਲੇ ਪਾਸੇ ਪਿਆ ਵਾ, ਉਹ ਵੀ ਅਸੀਂ ਅਦਾ ਕਰਾਂਗੇ। ਇਹਦੇ ਚ 12 ਕਿਸਾਨ ਜਥੇਬੰਦੀਆਂ ਸ਼ਾਮਲ ਹੋਈਆਂ ਨੇ। ਔਰ ਕੈਪਟਨ ਸਾਹਿਬ ਨੇ ਆਪਣੇ ਹੱਥ ਜਿਹੜਾ ਲੱਡੂ ਸੀ ਉਹ ਖਾਣਾ ਸ਼ੁਰੂ ਕਰ ਦਿੱਤਾ ਤੇ ਉਹ ਲੱਡੂ ਫੜ ਕੇ ਬਕਾਇਦਾ ਤੌਰ ਤੇ ਬਲਬੀਰ ਸਿੰਘ ਰਾਜੇਵਾਲ ਮੂੰਹ ਚ ਪਾ ਰਿਹਾ। ਹੁਣ ਕੈਪਟਨ ਸਾਹਿਬ ਗੇਮ ਤੇ ਕਰਨਗੇ ਨਾ, ਕਿਸਾਨਾਂ ਕੋਲ ਹਮਦਰਦੀ ਤੇ ਜਾਣਗੇ ਨਾ, ਵੇਖੋ ਜੀ ਮੈਂ ਤੁਹਾਡੇ 10 ਨਹੀਂ 20 ਨਹੀਂ 30 ਨਹੀਂ ਇਕੱਠੇ 50 ਰੁਪਏ ਵਧਾਤੇ। 310 ਰੁਪਏ ਰੇਟ ਸੀਗਾ। ਇਹਨਾਂ ਦੇ ਅੰਦੋਲਨ ਤੋਂ ਡਰਦਿਆਂ ਸਰਕਾਰ ਨੇ 15 ਰੁਪਏ 325 ਕਰਤੇ ਕਿ ਰਾਜ ਸਭਾ ਦੇ ਬਿਲਕੁਲ ਮਨਜ਼ੂਰ ਨਹੀਂ ਸਨ, ਮੋਰਚਾ ਲੱਗੇਗਾ। ਹੁਣ 360 ਰੁਪਏ ਹੋ ਗਏ, ਜਦੋਂ ਕਿ ਉਹ 400 ਰੁਪਇਆ ਮੰਗਦੇ ਸੀਗੇ। ਪਤਾ ਹੀ ਸੀ ਇੱਥੇ 360 370 ਤੇ ਸਮਝੌਤਾ ਹੋ ਜਾਏਗਾ, ਲੇਕਿਨ ਕੈਪਟਨ ਸਾਹਿਬ ਇੱਥੇ ਗੇਮ ਕਰਕੇ ਵੀ ਆਪਣੀ ਹਮਦਰਦੀ ਗਨ ਕਰਕੇ ਕਿਸਾਨਾਂ ਦੀ, ਵੇਖੋ ਜੀ ਮੈਂ ਤੁਹਾਡੀ ਮੰਗ ਪੂਰੀ ਕਰਦੀ ਜੀ। 905 813 1320 905 813 1320। ਇੱਕੋ ਸੌਦਾ ਸਾਧ ਬਲਾਤਕਾਰੀ ਸਾਧ ਦੇ ਨਾਲ ਬੀਬੀਆਂ ਨੂੰ ਸੈਰ ਕਰਾਉਣ ਵਾਲਾ DSP ਮੁਅੱਤਲ। ਬਲਾਤਕਾਰ ਦਾ ਹੋਵੇ ਮੁਲਜ਼ਮ ਤੇ ਉਸ ਕੇਸ ਦੇ ਵਿੱਚ ਗਿਆ ਹੋਵੇ ਅੰਦਰ, ਕਿਸੇ ਧੀ ਭੈਣ ਦੇ ਨਾਲ ਰੇਪ ਕੀਤਾ ਹੋਵੇ, ਉਹਦੀ ਇੱਜ਼ਤ ਤਾਰ-ਤਾਰ ਕੀਤੀ ਹੋਵੇ ਤੇ ਬਾਣਾ ਪਾਇਆ ਹੋਵੇ, ਸਾਧ ਦਾ ਸਾਧ ਹੁੰਦਾ ਨਾ ਸੁਧਰੇ ਦਾ, ਸੁਧਾਰਨ ਵਾਲੇ ਦਾ, ਮਨੁੱਖਤਾ ਨੂੰ ਚੰਗੇ ਰਾਹ ਤੇ ਤੋਰਨ ਵਾਲਾ ਸਾਧ ਆ। ਪਰ ਸਾਧ ਅੱਜ ਥਾਂ ਥਾਂ ਤੇ ਤੁਰੇ ਫਿਰਦੇ ਨੇ ਗੰਦ ਦਾ ਟੋਕਰਾ ਲੈ ਕੇ। ਸੌਦਾ ਸਾਧ ਉਹਦੀ ਗੱਡੀ ਦੇ ਵਿੱਚ ਬੀਬੀਆਂ ਨੂੰ ਸੈਰ ਕਰਾਉਣ ਵਾਲਾ DSP ਮੁਅੱਤਲ ਹੋਇਆ ਤੇ ਇਹਦਾ ਕੋਈ ਬਿਆਨ ਆਇਆ, ਕੋਈ ਇਹਨੇ ਕੋਈ ਸਪਸ਼ਟੀਕਰਨ ਦਿੱਤਾ ਜਾਂ ਹੁਣ ਫਿਰ ਘਰ ਬੈਠ ਐਸ਼ ਕਰ? ਜਿੱਥੋਂ ਤੱਕ ਸੌਦਾ ਸਾਧ ਦੀ ਤੁਸੀਂ ਗੱਲ ਕੀਤੀ ਆ, ਇੱਕ ਪਾਸੇ ਬੀਬੀਆਂ ਦੀ ਗੱਲ ਕਰਦੇ ਆ ਤੇ ਉਹਦੀ ਗੱਡੀ 'ਚ ਬੀਬੀਆਂ ਦਿੱਲੀ ਤੋਂ ਬੈਠੀਆਂ ਤੇ ਉਹ ਸੁਨਾਰੀਆ ਜੇਲ੍ਹ ਤੱਕ ਨਾਲ ਸੀ। ਸਰਕਾਰੀ ਗੱਡੀ 'ਚ ਉਹਨਾਂ ਬੀਬੀਆਂ ਨੂੰ ਬਹਿਣ ਦੀ ਇਜਾਜ਼ਤ ਕਿਹਨੇ ਦਿੱਤੀ? ਬਿਲਕੁਲ ਸਹੀ। ਹੁਣ ਬੀਬੀਆਂ ਦੀ ਆਪਾਂ ਗੱਲ ਕੀਤੀ ਤੇ ਬੀਬੀਆਂ ਦਾ ਜਿਹੜਾ ਗੱਲ ਰੱਖੜੀ ਨਾਲ ਜੁੜਦਾ, ਜਿਹੜਾ ਸੁਬਡਨ ਸੁਨਾਰੀਆ ਜੇਲ੍ਹ ਦਾ ਉਹ ਕਹਿੰਦਾ 10 20 30 ਹਜ਼ਾਰ ਨਹੀਂ 70,000 ਸੌਦਾ ਸਾਧੀਆਂ ਰੱਖੜੀਆਂ ਜਿਹਨੇ 25 ਬੋਰੀਆਂ 'ਚ ਪੈਕ ਕੀਤਾ ਉਹਨਾਂ ਨੂੰ। ਹੁਣ ਜੇ ਇੰਨੀਆਂ ਭੈਣਾਂ ਹੈਗੀਆਂ ਤੇ ਫਿਰ ਬੀਬੀਆਂ ਤੇ ਮਿਲਣ ਆਉਣਗੀਆਂ ਨਹੀਂ। ਬਿਲਕੁਲ ਜੀ, ਬਿਲਕੁਲ। ਹੁਣ ਉਹ ਬੀਬੀਆਂ 2 ਆਈਆਂ ਤੇ ਜਿਹੜੇ ਸਾਡੇ DSP ਸਾਹਿਬ ਸ਼ਮਸ਼ੇਰ ਸਿੰਘ ਨੇ ਉਹਨਾਂ ਨੂੰ ਮੁਅੱਤਲ ਕਰਤਾ। ਰੌਲਾ ਇੰਨਾ ਪੈ ਗਿਆ ਸੀ, ਮੁਅੱਤਲ ਕਰਨਾ ਪੈਣਾ ਸੀ ਕਿ ਭਾਈ ਤੂੰ ਇਹ ਆਪਣੇ ਲੈਵਲ ਤੇ ਕਿਉਂ ਕੀਤੀ। ਲੇਕਿਨ ਉਹਨੇ ਇੰਨੀ ਗੱਲ ਕਹੀ ਆ, ਮੈਂ ਨਹੀਂ, ਮੈਨੂੰ ਕਿਤੇ ਵੱਡੇ ਉੱਚ ਅਧਿਕਾਰੀ ਦਾ ਫੋਨ ਆਇਆ ਸੀ ਚੰਡੀਗੜ੍ਹ ਤੋਂ ਤੇ ਮੈਂ ਤਾਂ ਦੇ ਗਲਤੀ ਕੀਤੀ। ਬੀਬੀਆਂ ਬਹਿਣ ਲੈਣ ਤੇ, ਬਿਲਕੁਲ ਬੀਬੀਆਂ ਨੂੰ ਬਹਿਣ ਲੈਣ ਤੇ, ਬੀਬੀਆਂ ਦੀ ਥਾਂ ਤੇ ਔਰਤਾਂ ਲਫ਼ਜ਼ ਵਰਤਿਆ ਜਾਵੇ ਜਾਂ ਕੁੜੀਆਂ ਲਫ਼ਜ਼ ਵਰਤਿਆ ਜਾਵੇ ਜਾਂ ਲੇਡੀਜ਼ ਬੈਠੀਆਂ, ਕਿਉਂਕਿ ਬੀਬੀਆਂ ਲਫ਼ਜ਼ ਤੇ ਬਹੁਤ ਅਹਿਮ ਆ। ਤੇ ਜਿਹੜੀਆਂ ਬਲਾਤਕਾਰ ਸਾਧ ਦੇ ਨਾਲ ਬਹਿੰਦੀਆਂ ਨੇ, ਹਾਂਜੀ, ਇਹਦਾ ਮਤਲਬ ਉਹਦੀ ਸ਼ਹਿ ਦੇ ਵਿੱਚ ਸ਼ਹਿ ਵੀ ਕੇਸ ਭਾਰਤ ਦੇ ਸੰਵਿਧਾਨ ਦੇ ਅਧੀਨ ਉਹਨੂੰ ਬਲਾਤਕਾਰੀ ਸਾਧ ਆ, ਉਹ ਬਲਾਤਕਾਰੀ, ਹਾਂਜੀ, ਬੰਦਾ ਬਲਾਤਕਾਰ ਦਾ ਤੇ ਕੇਸ ਵਾ। ਸਾਧ ਕਹਿਣਾ ਸਾਧ ਦੀ ਤੁਸੀਂ ਨਾ ਚਾਵਲਾ ਸਾਹਿਬ ਜਿਹੜੀ ਵਿਪਾਸਨਾ ਸੀ ਨਾ, ਉਹਦੇ ਬਾਰੇ ਅਖਬਾਰਾਂ ਨੇ ਤੇ TV ਚੈਨਲਾਂ ਨੇ ਕਿਹੜਾ ਲਫ਼ਜ਼ ਜਿਹੜਾ ਨਹੀਂ ਵਰਤਿਆ। ਲੇਕਿਨ ਜਿੱਦਣ ਉਹ ਮੀਡੀਆ ਦੇ ਸਾਹਮਣੇ ਆਈ ਸੀ ਉਹਨੇ ਰੋਸ ਪ੍ਰਗਟ ਕੀਤਾ ਸੀ। ਉਹਨੇ ਕਿਹਾ ਤੁਸੀਂ ਮੇਰੇ ਤੇ ਸੰਗੀਨ ਇਲਜ਼ਾਮ ਲਾਏ, ਤੁਹਾਡੇ ਕੋਲ ਪ੍ਰੂਫ ਕੀ? ਦੂਸਰੀ ਚੀਜ਼, ਉਹ ਮੇਰੇ ਪਿਤਾ ਜੀ ਨੇ, ਮੈਂ ਅੱਜ ਵੀ ਕੀ ਨਹੀਂ ਮਿੱਤਾ ਜੀ, ਤੁਸੀਂ ਮੇਰੇ ਜਿਹੜੇ ਸੰਗੀਨ ਇਲਜ਼ਾਮ ਦੱਸੋ ਨਾ ਉਹਨਾਂ ਦਾ ਕੀ ਕਰਨਾ ਚਾਹੁੰਦਾ? ਉਹ ਤਾਂ ਹਨੀ, ਤੁਸੀਂ ਮੈਨੂੰ ਦੇਖੋ ਜੀ, ਹਨੀ ਨੇ ਵੀ ਕਿਹਾ ਨਾ, ਹਨੀ ਸਿੰਘ, ਹਨੀ ਨੇ ਵੀ ਕਿਹਾ ਇਸ ਗੱਲ ਦਾ। ਇਸ ਕਰਕੇ ਆਪਾਂ ਉਸ ਚੱਕਰ ਚ ਕੰਮ ਪੈਣਾ, ਜਿਹੜਾ ਲਫ਼ਜ਼ ਵਰਦੀ ਬਤਲੀ ਤੋਂ ਫਰਕ ਤੇ ਪੈਂਦਾ ਆਪਾਂ ਨੂੰ। ਅਸੀਂ ਉਹ ਚੱਕਰ ਚ ਨਹੀਂ ਪੈਂਦੇ। ਅਸੀਂ ਆਪਣੀ ਮਰਿਆਦਾ ਨੂੰ ਸਮਝਦੇ ਹਾਂ, ਮਰਿਆਦਾ ਦਾ ਸਾਨੂੰ ਪਤਾ ਹੈ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਸਾਧ ਲਫ਼ਜ਼ ਦੀ ਤੋਹੀਨ ਹੈ, ਇਹਦੇ ਨਾਲ ਅੱਗੇ ਲਾਉਣਾ। ਇਹ ਬਲਾਤਕਾਰੀ ਬੰਦਾ ਹੈ, ਜੀ 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 ਜੀ, ਬਲਾਤਕਾਰੀ ਬੰਦਾ ਹੈ ਤੇ ਬਲਾਤਕਾਰ ਦੇ ਕੇਸ ਦੇ ਵਿੱਚ ਜੇਲ੍ਹ ਚ ਹੈ, ਜੇਲ੍ਹ ਚ। ਠੀਕ ਹੈ, ਅਸੀਂ ਉਹਨਾਂ ਚਿਰ ਨੂੰ ਬਲਾਤਕਾਰੀ ਨਹੀਂ ਕਿਹਾ, ਰਾਮ ਰਹੀਮ ਹੀ ਕਹਿੰਦੇ ਰਹੇ ਹਾਂ। ਹੁਣ ਤੁਸੀਂ ਆਪਣਾ ਪੱਤਰਕਾਰੀ ਦਾ ਐਡਾ ਲੰਬਾ ਤੁਹਾਡਾ ਸਫ਼ਰ ਹੈ, ਜਿੰਨਾ ਚਿਰ ਇਹ ਮੁਲਜ਼ਮ ਸੀ। ਹੁਣ ਇਹ
ਕੁਕਰਮੀ ਹੈ, ਸਜ਼ਾ ਭੁਗਤ ਰਿਹਾ ਹੈ, ਤੇ ਕੁੜੀਆਂ ਨਾਲ ਬਿਠਾ ਕੇ ਉਸ ਡੀਐਸਪੀ ਨੇ ਆਪਣੀ ਜੌਬ ਗਵਾ ਲਈ ਹੈ ਕਿਉਂਕਿ ਉੱਤੋਂ ਸਾਧ ਦਾ ਕੋਈ ਵੱਡਾ ਜਿਹੜਾ ਅਫਸਰ ਆ ਉਹਨੇ ਫੋਨ ਕਰ ਦਿੱਤਾ। ਹਨਾ ਮਸਲਾ ਆ ਵਾ ਜੀ ਉਹਦੀ ਇਨਕੁਆਇਰੀ ਹੋਏਗੀ, ਮੁੜ ਕੇ ਕਹਿ ਦੇਣਗੇ ਨਿਰਦੋਸ਼ ਹੈ, ਚਲੋ ਕਰਦੇ ਭਾਲ ਜੀ। ਹਾਂ ਚਲੋ ਜੀ, ਕਿਹੜੀਆਂ ਬੀਬੀਆਂ ਹੋ ਸਕਦਾ ਕਿ ਹੋ ਸਕਦਾ ਉਹਦੀ ਪ੍ਰਮੋਸ਼ਨ ਹੋ ਜਾਏ, ਡੀਐਸਪੀ ਤੇ ਐਸਪੀ ਬਣਾ ਦਿੱਤਾ ਜਾਵੇ, ਪੋਸਿਬਿਲਿਟੀ। ਕੋਈ ਗੱਲ ਨਹੀਂ, ਬਿਲਕੁਲ ਸਹੀ ਹੋ ਜਾਂਦਾ ਜੀ। ਵੌਇਸ ਆਫ ਸਿਟੀ 1320 ਅਗਲੀ ਖਬਰ ਜਿਹੜੀ ਹੈ ਬਹੁਤ ਅਹਿਮ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਜੀ ਨੇ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਨਾਲ ਜਿਹੜੀ ਹੈ ਪੁਤਨ ਨਾਲ ਗੱਲਬਾਤ ਕੀਤੀ ਹੈ, ਚਰਚਾ ਕੀਤੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਸੁਰੱਖਿਆ ਪਰਿਸ਼ਦ ਵਿੱਚ ਪ੍ਰਧਾਨਗੀ ਕਰਨ ਦਾ ਬੜਾ ਵਧੀਆ ਮੌਕਾ ਮਿਲਿਆ ਸਾਡੇ ਪ੍ਰਧਾਨ ਸਾਹਿਬ ਨੂੰ। ਅਸੀਂ ਜੇ ਕਿਤੇ ਉਦੋਂ ਇਹ ਗੱਲਬਾਤ ਅਫਗਾਨਿਸਤਾਨ ਨਾਲ ਸ਼ੁਰੂ ਕਰਦੇ, ਉੱਥੇ ਤਾਲਿਬਾਨ ਨਾਲ ਸ਼ੁਰੂ ਕਰਦੇ, ਸਾਨੂੰ ਇੱਕ ਵਧੀਆ ਮੌਕਾ ਮਿਲਿਆ। ਤੁਹਾਨੂੰ ਪਤਾ ਹੋਏਗਾ ਜਿਹੜਾ ਰਸ਼ੀਆ ਜਿਹਨੂੰ ਰੂਸ ਕਹਿੰਦੇ ਆ, ਉਹ ਇੰਡੀਆ ਦਾ ਆਲ ਵੈਦਰ ਫਰੈਂਡ ਆ, ਬਹੁਤ ਗੂੜਾ। ਠੀਕ ਹੈ ਜੀ। ਉਹ ਜਦੋਂ ਵੀ ਕਿਤੇ ਮੁਸੀਬਤ ਆਉਂਦੀ ਸਾਰੇ ਭਾਜਣ, ਉਹ ਜ਼ਰੂਰ ਸਾਡੇ ਨਾਲ ਖਲੋਤਾ ਹੈ। ਜਦੋਂ ਟਰੰਪ ਇੱਥੇ ਆਇਆ ਸੀ ਉਦੋਂ ਬਾਅਦ ਫਿਰ ਰੌਲਾ ਪਿਆ ਸੀ, ਤੇ ਫਿਰ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਸਾਹਿਬ ਰਾਜਨਾਥ ਸਿੰਘ ਉੱਥੇ ਇੱਕ ਹਫ਼ਤਾ ਰਹਿ ਕੇ ਆਏ ਸੀ ਜਾ ਕੇ ਰਸ਼ੀਆ। ਉਹਨਾਂ ਦੇ ਇੱਕ 75 ਸਾਲਾ ਸਮਾਗਮ ਸੀ ਆਰਮੀ ਦਾ, ਸ਼ਾਇਦ ਉਹਦੇ ਜਾ ਕੇ ਸ਼ਮੂਲੀਅਤ ਕੀਤੀ ਸੀ। ਕਹਿੰਦਾ ਕਿਉਂ ਕਿ ਉਹਨੂੰ ਬੈਲੈਂਸ ਕਰਨਾ ਸੀ। ਹੁਣ ਦੋਹਾਂ ਕਤਰ ਦੇ ਵਿੱਚ ਜਦੋਂ ਇਹਨਾਂ ਦੀ ਗੱਲਬਾਤ ਹੋਈ, ਤਾਲਿਬਾਨਾਂ ਦੀ ਹੋਈ ਹੈ, ਅਮਰੀਕਾ ਦੀ ਹੋਈ ਹੈ, ਸਾਊਦੀ ਅਰਬ ਦੀ ਹੋਈ, ਪਾਕਿਸਤਾਨ ਦੀ ਹੋਈ ਹੈ। ਜਿਹੜਾ ਇਹਨਾਂ ਦਾ ਮੁਖੀ ਆ ਮੁੱਲਾ ਬਰਾਦਰ ਨੂੰ 2010 ਦੇ ਵਿੱਚ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ 'ਚ ਗ੍ਰਿਫਤਾਰ ਕਰ ਲਿਆ ਸੀ ਤੇ ਖੂਨਖਾਰ ਅੱਤਵਾਦੀ ਆ। ਬਿਲਕੁਲ 8 ਸਾਲ ਉਹ ਉੱਥੇ ਕੈਦ ਰਿਹਾ, ਤੇ 8 ਸਾਲਾਂ ਬਾਅਦ ਜਦੋਂ ਗੱਲਬਾਤ ਚੱਲੀ ਤੇ ਅਮਰੀਕਾ ਨੇ ਇੱਕੋ ਕਿਹਾ ਭਾਈ ਇਹਨੂੰ ਤੋੜ ਦੇ ਉੱਥੋਂ ਇਸ ਪਾਸੇ। ਉਹਨੂੰ ਉੱਥੇ ਦੋਹਾਂ ਕਤਰ ਤੋੜ ਦਿੱਤਾ ਗਿਆ, ਬਕਾਇਦਾ ਤੌਰ ਤੇ ਪਾਸਪੋਰਟ ਨਹੀਂ, ਉਧਰ ਟਰੈਵਲ ਡਾਕੂਮੈਂਟਸ ਬਣਾ ਕੇ ਉਹਨੇ ਜਾ ਕੇ ਆਪਣੀ ਉੱਥੇ ਜਲਾਵਤ ਕਾਰਡ ਵਾਲੀ ਵੀ ਮੇਰੀ ਸਰਕਾਰ ਇੱਥੇ ਉੱਥੇ ਬਕਾਇਦਾ ਤੌਰ ਤੇ ਜਿੱਥੇ ਸਾਡੇ ਆਏ ਸੀ ਨਾ ਜਗਦੀਪ ਸਿੰਘ ਚੌਹਾਨ ਹੋਰੀ ਰਾਸ਼ਟਰਪਤੀ ਬਣੇ ਸੀ ਬਣ ਗਏ ਜੀ ਜੀ। ਹੁਣ ਜਦੋਂ ਅਮਰੀਕਾ ਨੇ ਗੱਲਬਾਤ ਚਲਾਈ ਉਹਦੇ ਨਾਲ, ਭਾਈ ਅਸੀਂ ਉੱਥੋਂ ਨਿਕਲਣਾ ਚਾਹੁੰਦੇ ਹਾਂ, ਤੂੰ ਸਾਡੀ ਮਦਦ ਕਰ। ਉਹਨੇ ਕਹਿੰਦਾ ਠੀਕ ਆ, ਕੋਈ ਗੱਲ ਨਹੀਂ, ਆ ਜਾਓ। ਉਹਦੇ ਨਾਲ ਬਕਾਇਦਾ ਤੌਰ ਤੇ ਮੀਟਿੰਗਾਂ ਹੋਈਆਂ, ਟਰੰਪ ਦੇ ਬੰਦਿਆਂ ਨੇ ਮੀਟਿੰਗਾਂ ਕੀਤੀਆਂ, ਫਿਰ ਉਹਦੀ ਪਾਕਿਸਤਾਨ ਸ਼ਾਮਲ ਹੋਇਆ, ਉਹਦੇ ਵਿੱਚ ਸਾਊਦੀ ਸ਼ਾਮਲ ਹੋਇਆ, ਇੰਡੀਆ ਨੂੰ ਸ਼ਾਮਲ ਨਹੀਂ ਕੀਤਾ। ਜਦੋਂ ਇੰਡੀਆ ਨੂੰ ਸ਼ਾਮਲ ਨਹੀਂ ਕੀਤਾ ਗਿਆ, ਫਿਰ ਇੰਡੀਆ ਨੇ ਪਹੁੰਚ ਕੀਤੀ ਰਸ਼ੀਆ ਤੱਕ ਕਿ ਸਾਨੂੰ ਵੀ ਨਾਲ ਪਾਰਟੀ ਬਣਾਇਆ ਜਾਵੇ, ਅਸੀਂ ਵੀ ਇਨਵੈਸਟਮੈਂਟ ਕਰ ਚੁੱਕੇ ਹਾਂ। ਉਦੋਂ ਫਿਰ ਜੁਆਇੰਟ ਸੈਕਟਰੀ ਲੈਵਲ ਦਾ ਬੰਦਾ ਸਾਡਾ ਦਿੱਲੀ ਤੋਂ ਉਸ ਮੀਟਿੰਗ 'ਚ ਭਾਗ ਜਾਣ ਗਿਆ ਸੀ, ਰੂਸ ਦੀ ਦਖਲਅੰਦਾਜ਼ੀ ਦੇ ਨਾਲ। ਜਦੋਂ ਤਾਲਿਬਾਨ ਨੇ ਇੰਨੀ ਗੱਲ ਕਹੀ ਸੀ, ਵੇਖੋ ਭਾਈ ਤੁਸੀਂ ਆਪਣਾ ਕੰਮ ਕਰੋ, ਤੁਹਾਡਾ ਅਸੀਂ ਕੋਈ ਨੁਕਸਾਨ ਨਹੀਂ ਕਰਾਂਗੇ। ਅੱਜ ਉਹਨਾਂ ਨੂੰ 12 ਦਿਨ ਹੋ ਗਿਆ, ਇੱਕ ਵੀ ਕਿਸੇ ਸਾਡੇ ਇੰਡੀਅਨ ਦਾ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਤੱਕ ਹੋਇਆ। ਅੱਜ ਦੀ ਡੇਟ ਕੀ ਆ, ਸਾਡਾ ਉੱਥੇ ਕੋਈ ਡਿਪਲੋਮੇਟ ਨਹੀਂ, ਸਾਰੀਆਂ ਏਜੰਸੀਆਂ ਜਿਹੜੀਆਂ ਬਾਖੂਬੀ ਆਪਣਾ ਕੰਮ ਕਰ ਰਹੀਆਂ ਉੱਥੇ ਜਿਹੜੀਆਂ ਐਮਬੈਸੀਆਂ ਨੇ। ਅਸੀਂ ਸਾਰੀ ਐਮਬੈਸੀ ਚੁੱਕ ਲੈ ਕੇ ਉੱਥੋਂ ਆਏ ਜੀ। ਕੀ ਸੀਗਾ ਜੇ ਅਸੀਂ ਤਾਲਿਬਾਨ ਨਾਲ ਗੱਲ ਕਰਦੇ, ਉਹੀ ਕਹਿੰਦੇ ਵੀ ਕਿਤੇ ਹਿੰਦੂ ਨਾਰਾਜ਼ ਨਾ ਹੋ ਜਾਣ, ਸਾਡੀਆਂ ਵੋਟਾਂ ਖਰਾਬ ਨਾ ਹੋ ਜਾਣ, ਐਵੇਂ ਤਾਂ ਉੱਥੇ ਗੱਲ ਕੋਈ ਨਹੀਂ ਹੈਗੀ ਨਾ। ਲੇਕਿਨ ਇਸੇ ਕਰਕੇ ਹੁਣ ਸਾਨੂੰ ਜਿਹੜੀ ਵਾਇਆ ਰੂਸ ਜਿਹੜੀ ਉਹ ਤਾਲਿਬਾਨ ਨਾਲ ਗੱਲ ਕਰਨੀ ਪੈ ਰਹੀ ਹੈ ਕਿ ਅਸੀਂ ਆਪਣੀਆਂ ਗਲਤੀਆਂ ਆਪ ਕੀਤੀਆਂ। ਵੈਸੇ ਭਾਰਤ ਦੇ ਵੋਟਰਾਂ ਦੀ ਨਬਜ਼ ਪਛਾਣਦੇ ਨੇ ਨਰਿੰਦਰ ਮੋਦੀ ਸਾਹਿਬ। ਜਦੋਂ ਬਿਰਿਆਨੀ ਖਾਨ ਰੋਕੀ ਉਦੋਂ ਨਹੀਂ ਨਾਰਾਜ਼ ਹੋਣ ਦਾ ਡਰ ਸੀਗਾ, ਲਹਿਰ ਚੱਲਦੀ ਸੀ। ਬਿਲਕੁਲ ਸਭ ਕੁਝ ਟੱਕਿਆ ਗਿਆ। ਉਦੋਂ ਪਾਕਿਸਤਾਨ ਸਾਡੇ ਚੰਗੇ ਸੰਬੰਧ ਸੀ, ਸਾਡਾ ਵਪਾਰ ਚੱਲਦਾ ਸੀ ਨਾਲ। ਬਿਲਕੁਲ ਗੱਲ ਅਫਗਾਨਿਸਤਾਨ ਦੀ ਚੱਲਦੀ ਪਈ ਆ। ਉਹਦੇ ਵਿੱਚ ਜਿਵੇਂ ਇੱਕ ਮੰਦਰ ਦੇ ਪੁਜਾਰੀ ਨੇ ਬੜੀ ਹਿੰਮਤ ਕੀਤੀ ਸੀ ਕਿ ਨਹੀਂ ਬਈ ਸਾਡੀਆਂ ਤਾਂ ਪੁਸ਼ਤਾਂ ਇੱਥੇ ਰਹਿੰਦੀਆਂ ਰਹੀਆਂ ਨੇ, ਅਸੀਂ ਨਹੀਂ ਛੱਡ ਕੇ ਜਾਣਾ। ਆਪਾਂ ਗੱਲ ਕੀਤੀ ਸੀ ਹੈ ਨਾ ਵੀ ਆਹ ਹੁੰਦੀ ਹੈ ਕੁਰਬਾਨੀ ਕਿ ਨਹੀਂ ਬਈ ਹਾਂਜੀ ਅਸੀਂ ਨਹੀਂ ਛੱਡ ਕੇ ਜਾਣਾ, ਸਾਡੀਆਂ ਪੁਸ਼ਤਾਂ ਇੱਥੇ ਰਹਿੰਦੀਆਂ ਰਹੀਆਂ ਨੇ। ਹੁਣ ਵੇਖੋ ਕਿੱਥੋਂ ਤੱਕ ਸੀਗਾ ਇੰਡੀਆ, ਇਹ ਤੁਸੀਂ ਦੇਖੋ ਉਸ ਵਕਤ ਦਾ ਨਕਸ਼ਾ ਖਿੱਚ ਕੇ ਵੇਖੋ ਕਿੱਥੋਂ ਤੱਕ ਰਾ ਹੈ ਨਾ ਇੰਡੀਆ, ਤੇ ਕਿੱਥੋਂ ਤੱਕ ਖਾਲਸਾ ਰਾਜ। ਇਹ ਨਕਸ਼ਾ ਖਿੱਚ ਕੇ ਵੇਖੋ, ਇਹ ਐਵੇਂ ਨਹੀਂ ਗੱਲਾਂ ਬਣੀਆਂ ਉੱਥੇ, ਐਵੇਂ ਮੰਦਰ ਐਵੇਂ ਨਹੀਂ ਬਣ ਗਏ ਉੱਥੇ, ਜਾਂ ਗੁਰਦੁਆਰਾ ਸਾਹਿਬ ਐਵੇਂ ਨਹੀਂ ਬਣ ਗਏ ਉੱਥੇ। ਇਹ ਰਾਜ ਸੀਗਾ ਜਿਹੜਾ ਹਿੱਸਿਆਂ ਦੇ ਵਿੱਚ ਵੰਡਿਆ ਗਿਆ।
ਅਫਗਾਨਿਸਤਾਨ ਦੇ ਵਿੱਚ 10 ਸਿੱਖਾਂ ਨੇ ਫੈਸਲਾ ਕੀਤਾ ਹੈ ਕਿ ਉਹ ਉੱਥੇ ਰਹਿ ਕੇ ਗੁਰੂ ਧਾਮਾਂ ਦੀ ਸੇਵਾ ਕਰਨਗੇ। ਔਰ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਕਿ ਉੱਥੋਂ ਆ ਰਹੇ ਨੇ ਗੁਰੂ ਦੇ ਸਿੱਖ ਤੇ ਉਹਨਾਂ ਦੇ ਸਿਰਾਂ ਦੇ ਉੱਤੇ ਮਹਾਰਾਜ ਦੇ ਸਰੂਪ ਨੇ ਤੇ ਉਹ ਭਾਵੇਂ ਕਿ ਇੱਕ ਉਹਨਾਂ ਨੇ ਜਿਸ ਤਰੀਕੇ ਨਾਲ ਲੈ ਕੇ ਆਏ ਨੇ ਪਰ ਪੈਰੋਂ ਨੰਗੇ ਨੇ। ਸ਼ਰਧਾ ਵੇਖੋ, ਸ਼ਰਧਾ ਵੇਖੋ, ਪੈਰੋਂ ਨੰਗੇ ਨੇ ਉਹ। ਹਾਂਜੀ, ਤੇ ਆ ਤੁਹਾਡਾ ਸੁੱਚਾ ਸਿੰਘ ਲੰਗਾ ਤੁਸੀਂ ਕਹਿੰਦੇ ਆ ਕਿ ਮਾਫੀ ਮੰਗਣ ਆਉਂਦਾ ਰੋਜ਼, ਤੇ ਇੱਕ ਫੋਟੋ ਵੇਖੀ ਸੀ ਕਿ ਬਾਕੀ ਆਸੇ ਪਾਸੇ ਨੰਗੇ ਸੀ, ਜਨਾਬ ਦੇ ਪੈਰਾਂ 'ਚ ਚੱਪਲਾਂ ਪਾਈਆਂ ਸੀ। ਜੀ ਤੁਸੀਂ ਜਦੋਂ ਅੰਦਰੋਂ ਹਿਰਦੇ ਸਾਫ਼ ਕਰਕੇ ਪਹੁੰਚੋਗੇ ਨਾ ਕਿਤੇ ਤੇ ਉਹਦਾ ਆਪੇ ਹੁਕਮ ਹੋ ਜਾਣਾ, ਉਹਨੇ ਪ੍ਰਵਾਨ ਕਰ ਲੈਣੀ ਤੁਹਾਡੀ ਹਾਜ਼ਰੀ। ਏਕ ਗੜੀ ਆਦੀ ਸੇ ਬਣਿਆ, ਏਕ ਗੜੀ ਆਦੀ ਸੇ ਬਣਿਆ, ਉਹ ਛਿਨ ਦੇ ਵਿੱਚ ਪਰਖ ਲੈਂਦਾ। ਸੋ ਇਹ ਬੰਦੇ ਜਿਹੜੇ ਨੇ ਵੇਖੋ ਆ ਰਹੇ ਨੇ ਤੇ ਪੈਰਾਂ ਦੇ ਵਿੱਚ ਮੈਂ ਬੜੀ ਜ਼ੂਮ ਕਰਕੇ ਫੋਟੋ ਵੇਖੀ, ਨੰਗਨ ਨੇ, ਪੈਰੇ ਨੰਗੇ। ਤੇ 10 ਸਿੱਖਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਉੱਥੇ ਰਹਿ ਕੇ ਗੁਰਧਾਮਾਂ ਦੀ ਸੇਵਾ ਕਰਾਂਗੇ। ਕੀ ਕਹਿਣਾ ਚਾਹੋ? ਸਾਡੀ ਆਹ ਜਿਹੜੀ ਫੋਟੋ ਤੁਸੀਂ ਲਾਈ ਹੈ ਜੀ, ਇਹ ਸ਼ਾਇਦ ਮੈਂ ਨਹੀਂ ਕਹਿੰਦਾ, ਸ਼ਾਇਦ ਫਰਜ਼ੀ ਫੋਟੋ। ਇਹ ਤੁਹਾਨੂੰ ਫੋਟੋ ਜਗਬਾਣੀ ਚ ਮਿਲੇਗੀ, ਬਾਕੀ ਕਿਸੇ ਪਾਸ ਨਹੀਂ। ਬਾਕੀ ਅਖਬਾਰਾਂ 'ਚ 3 ਮੰਤਰੀ ਸਾਡੇ ਵੀਡੀਓ ਜਾਰੀ ਜਿਹੜੀ ਹੋਈ ਉਹਦੇ ਵਿੱਚ 3 ਮੰਤਰੀ ਸਾਡੇ ਨੰਗੇ ਪੈਰੀ ਲੈ ਕੇ ਆ ਰਹੇ ਦੂਸਰੇ ਤਰ੍ਹਾਂ ਸਾਡੇ ਕੋਲ ਪਹੁੰਚੀ, ਅਸੀਂ ਲੱਗ ਗਈ ਮਤਲਬ ਮੇਰੇ ਖਿਆਲ ਦੇ ਵਿੱਚ। ਨਹੀਂ, ਮੈਂ ਉਹਦੀ ਗੱਲ ਕਰਦਾ, ਮੈਂ ਕਹਿੰਦਾ ਮੈਂ ਠੀਕ ਆ, ਕੀਤੀ ਹੋਣੀ ਸੇਵਾ ਕਰਨੀ ਚਾਹੀਦੀ ਹੈ, ਕੀਤੀ ਜਿੱਦਾਂ ਮਰਜ਼ੀ ਕੀਤੀ, ਸੇਵਾ ਕੀਤੀ, ਫੋਟੋ ਦੇਖ ਲੈਣੀ। ਮੈਂ ਇਹ ਗੱਲ ਕਰਦਾ ਵੀ 3 ਮੰਤਰੀ ਨੇ ਸਾਡੇ ਸੇਵਾ ਕੀਤੀ। ਪੁਰੀ ਸਾਹਿਬ ਆਪ ਕਹਿੰਦੇ ਏਅਰਪੋਰਟ ਤੇ ਉੱਥੋਂ ਸਿਰ ਦੇ ਉੱਤੇ ਨੰਗੇ ਪੈਰੀ ਲੈ ਕੇ ਇਸ ਕਰਕੇ ਜਿਹੜੀ ਗੱਲ ਤੁਸੀਂ 10 ਸਿੱਖਾਂ ਦੀ ਗੱਲ ਕਰਦੇ ਆ, ਇੱਕ ਬੜੀ ਵੱਡੀ ਕੁਰਬਾਨੀ ਹੈ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਅਜੇ ਤੱਕ ਉਹਦਾ ਨਾ ਕਿਸੇ ਸਿੱਖ ਦਾ ਨਾ ਕਿਸੇ ਹਿੰਦੂ ਦਾ ਨੁਕਸਾਨ ਕੀਤਾ ਵਾ। ਕਾਬਲ ਤੋਂ 150 ਕਿਲੋਮੀਟਰ ਗਜਨੀ ਆ, ਉੱਥੇ ਸਿੱਖਾਂ ਦੇ ਆਪਣੇ ਕਾਰੋਬਾਰ ਨੇ। ਉਹ ਅੱਜ ਵੀ ਕਾਬਲ ਤੋਂ ਗਜਨੀ ਜਾਂਦੇ ਤੇ ਗਜਨੀ ਤੋਂ ਵਾਪਸ ਇੱਥੇ ਆਉਂਦੇ, ਕਾਬਲ ਆਉਂਦੇ ਆ, ਕੋਈ ਰੋਕ ਟੋਕ ਨਹੀਂ। ਇੱਕ ਸਿੱਖ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿ ਰਿਹਾ ਸੀ ਵੇਖੋ ਅਸੀਂ ਜਾਣਦੇ ਹਾਂ, ਸਾਨੂੰ ਕਿਸੇ ਕਿਸਮ ਦਾ ਖਤਰਾ ਨਹੀਂ, ਸਗੋਂ ਸਾਡੇ ਗੁਰਦੁਆਰੇ ਦੇ ਬਾਅਦ ਜਿੱਥੇ ਅਸੀਂ ਰਹਿ ਰਹੇ ਹਾਂ, ਉਹ ਗੁਰਦੁਆਰੇ ਦੇ ਪਹਿਲਾਂ ਹੁੰਦੇ ਸੀ 20 ਫੌਜੀ ਹੁੰਦੇ ਸੀ, ਸਾਡੇ ਨਾਲ ਉਹਨਾਂ ਰੋਕਾਂ ਲਾਈਆਂ ਹੁੰਦੀਆਂ ਸੀ। ਸਾਡੇ ਹੁਣ ਗੁਰਦੁਆਰੇ ਵਿੱਚ 3 ਜਿਹੜੇ ਆ ਉਹ ਤਾਲਿਬਾਨੀ ਖੜੇ ਆ ਸਾਡੀ ਸੁਰੱਖਿਆ ਵਾਸਤੇ, ਬਾਕੀ ਕੋਈ ਨਹੀਂ। ਉਸ ਨੇ 3 ਹੀ ਕਾਫੀ ਅਸੀਂ ਹੈਗੇ। ਤੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਘੁੰਮ ਰਹੇ ਨੇ ਆਪਣੀਆਂ ਰਾਈਫਲਾਂ ਲੈ ਕੇ ਤਾਲਿਬਾਨ, ਲੇਕਿਨ ਕਿਸੇ ਨੇ ਨਹੀਂ ਰੋਕ ਰਹੇ। ਲੋਕ ਆਪੋ ਆਪਣਾ ਕੰਮ ਬਾਖੂਬੀ ਕਰ ਰਹੇ, ਆਪਣੀ ਦੁਕਾਨਾਂ ਕਰ ਰਹੇ, ਬਾਕੀ ਸਾਰੇ ਕਾਰੋਬਾਰ ਕਰ ਰਹੇ। ਅਸੀਂ ਵੀ ਕਰ ਰਹੇ ਹਾਂ, ਲੇਕਿਨ ਫੇਰ ਵੀ ਅਸੀਂ ਮਹਿਸੂਸ ਕਰਦੇ ਹਾਂ ਅਸੀਂ ਸੇਫ ਨਹੀਂ ਜੀ। ਸਾਨੂੰ ਬਾਰ-ਬਾਰ ਵਿਸ਼ਵਾਸ ਦਿਵਾਉਂਦੇ ਵੀ ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ। ਵੈਸੇ ਵੀ ਉਹ ਕਹਿੰਦਾ ਸਿੱਖਾਂ ਦਾ ਵੈਸੇ ਹੀ ਬੜਾ ਸਤਿਕਾਰ ਕਰਦੇ ਤੇ ਉਹ ਕੁਛ ਨਹੀਂ ਕਹਿੰਦੇ, ਰਹੋ ਇੱਥੇ। ਲੇਕਿਨ ਫੇਰ ਹੀ ਅਸੀਂ ਮਹਿਸੂਸ ਕਰਦੇ ਵੀ ਆਉਣ ਵਾਲੇ ਹਾਲਾਤ ਸਿੰਘ ਕੀ ਬਣਨੇ ਆ। ਉਸ ਕਰਕੇ ਚਾਹੁੰਦੇ ਵੀ ਸਾਨੂੰ ਵਾਪਸ ਜਿਹੜਾ ਉਹ ਬਕਾਇਦਾ ਤੌਰ ਤੇ ਇੰਡੀਆ ਗਵਰਨਮੈਂਟ ਲੈ ਜੇ। ਕੱਲ ਫਿਰ 44 ਬੰਦੇ ਲੈ ਕੇ ਆਏ, ਅਜੇ ਵੀ 200 ਮੈਂ ਕਿਹਾ 85 ਦੇ ਕਰੀਬ ਜਿਹੜੇ ਉਸ ਗੁਰਦੁਆਰੇ 'ਚ ਬੰਦੇ ਹੈਗੇ ਨੇ। ਉਹਨੂੰ ਪੁੱਛਿਆ ਗਿਆ ਵੀ ਭਾਈ ਤੁਸੀਂ ਆਪਣਾ ਖਾਣੇ ਪਾਣੀ ਦਾ ਕੀ ਕਰਦੇ ਹੋ? ਫਿਰ ਇਹ ਗੱਲ ਸੁਣੋ ਜੀ ਚਾਵਲ ਸਾਹਿਬ, ਜਿੱਦਣ ਪਹਿਲਾ ਅਟੈਕ ਕੀਤਾ ਤਾਲਿਬਾਨੀਆਂ ਨੇ, ਭੱਟੀ ਸਾਹਿਬ ਆਹ ਫੋਟੋ ਦੇਖੋ, ਇਹ ਮੈਂ ਜ਼ੂਮ ਕਰਕੇ ਦੇਖੀ, ਇਹ ਉੱਥੋਂ ਦੀ ਹੈ ਜੀ, ਇਹ ਫੋਟੋ ਉੱਥੋਂ ਦੀ ਹੈ ਜੀ, ਇਹ ਕਾਬਲ ਆ ਰਹੇ। ਇਹ ਫੋਟੋ ਨੰਗੇ ਪੈਰੀ ਹੈ, ਇਹ ਪੈਰੀ ਤੁਸੀਂ ਵੇਖੋਗੇ ਨੰਗਨ ਪੈਰ ਨੇ। ਉਹ ਪਹਿਲੀ ਸਾਡੀ ਟੈਕਨੀਕਲੀ ਕਿਸੇ ਵੇਲੇ ਐਰੋ ਆ ਜਾਂਦਾ। ਇਹ ਦੇਖੋ ਜੀ, ਨੰਗੇ ਪੈਰੀ ਜੋ ਵੀ ਹੈ, ਜਿਸ ਤਰੀਕੇ ਨਾਲ ਵੀ ਹੈ, ਮਤਲਬ ਜਦੋਂ ਤੁਰੇ ਆਉਂਦੇ ਨੇ ਉਦੋਂ ਵੀ ਇਹ ਨੰਗਨ ਪੈਰੀ ਆਉਂਦੇ ਨੇ। ਜੀ ਜੀ ਜੀ, ਸ਼ਰਧਾ ਵੇਖੋ ਤੁਸੀਂ। ਬਿਲਕੁਲ ਬਿਲਕੁਲ ਹਾਂਜੀ, ਗਰਮੀ ਕਿੰਨੀ ਆ। ਬਿਲਕੁਲ 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 ਠੀਕ ਤੁਹਾਡੀ ਗੱਲ। ਇਹ ਵੀ ਤੁਸੀਂ ਦੇਖ ਲਓ ਕਿ ਆਸੇ ਪਾਸੇ ਫੋਟੋ ਦਾ ਨਿਗਾਹ ਮਾਰੋ, ਤੁਸੀਂ ਧਿਆਨ ਨਾਲ ਵੇਖੋ ਕਿ ਭਾਵੇਂ ਕਿ ਪੈਰਾਂ ਦੇ ਵਿੱਚ ਉਹਨਾਂ ਦੇ ਉਹ ਵਿਛੀਆਂ ਜ਼ਰੂਰ ਨੇ, ਪਰ ਕਿਤੇ ਦਿਖਦਾ ਕਿਤੇ ਜੋੜੇ ਸਾਈਡ ਤੇ ਲਾਹ ਲੋ ਕੇ ਰੱਖੇ ਹੋਣ। ਕੁਛ ਨਹੀਂ ਦਿੱਤੇ, ਭਾਵੇਂ ਉਹਨਾਂ ਨੇ ਚਲੋ ਪਾਉਣੇ ਵੀ ਆ, ਮੇਰੇ ਖਿਆਲ ਦੇ ਵਿੱਚ ਜੋੜਾ ਪਾਉਣ ਦੇ ਵਿੱਚ ਵੀ ਕੋਈ ਹਰਜ ਨਹੀਂ। ਜੇ ਤੁਹਾਡੇ ਕੋਲ ਸਾਫ ਸੁਥਰਾ ਤੁਸੀਂ ਪਾ ਕੇ ਤੁਰੇ ਵੀ ਜਾਂਦੇ, ਕੋਈ ਜੋੜਾ ਪਾਉਣ ਦੇ ਵਿੱਚ ਵੀ ਹਰਜ ਨਹੀਂ। ਜੇ ਅਸੀਂ ਇਸ ਚੱਕਰਾਂ 'ਚ ਪੈ ਜਾਈਏ ਨਾ ਤੇ ਅਸੀਂ ਬਹੁਤ ਲੰਬੇ ਟਾਕ ਸ਼ੋਅ ਕਰ ਸਕਦੇ ਹਾਂ। ਤੁਹਾਨੂੰ ਸ਼ਾਇਦ ਭੱਟੀ ਸਾਹਿਬ ਤੁਸੀਂ ਇਤਿਹਾਸਕ ਤੋਂ ਬਹੁਤ ਜ਼ਿਆਦਾ ਵਾਕਿਫ ਹੋ, ਤੇ ਪੁਰਾਣੇ ਸਮੇਂ ਦੇ ਵਿੱਚ ਮਸ਼ਕਾਂ ਹੁੰਦੀਆਂ ਸੀ, ਮਸ਼ਕਾਂ। ਜੀ 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 ਜੀ, ਮਸ਼ਕਾਂ ਹੁੰਦੀਆਂ, ਬਿਲਕੁਲ ਠੀਕ। ਅਸੀਂ ਵੇਖੀਆਂ ਨੇ, ਤੁਸੀਂ ਤੇ ਸਾਡੇ ਨਾਲੋਂ ਵੱਡੇ ਹੋ। ਮਸ਼ਕਾਂ ਕਾਹਦੀਆਂ ਬਣਦੀਆਂ ਸੀ?
ਖੱਲ ਦੀਆਂ ਬਣਦੀਆਂ ਸੀ ਜਾਨਵਰ ਦੀ ਚਮੜੇ ਦੀਆਂ ਜੀ ਜੀ ਤੇ ਉਹ ਮਸ਼ਕਾਂ ਦੇ ਨਾਲ ਜਲ ਛਕਾਇਆ ਜਾਂਦਾ ਸੀ। ਤੇ ਜੇ ਆਪਾਂ ਛੋਟੀ ਗੱਲ ਦੇ ਵਿੱਚ ਬਹੁਤ ਵੱਡੀ ਗੱਲ ਕਰਨੀ ਹੋਣੀ, ਭਾਈ ਕਨਈਆ ਜੀ ਜਦੋਂ ਮੈਦਾਨੇ ਜੰਗ ਦੇ ਵਿੱਚ ਪਾਣੀ ਲੈ ਕੇ ਜਾਂਦੇ, ਘੜਿਆਂ ਦੇ ਵਿੱਚ ਥੋੜੀ ਮਸ਼ਕਾਂ ਪੱਲੇ ਪਾਈਆਂ ਹੁੰਦੀਆਂ ਸੀ, ਮਸ਼ਕਾਂ ਨਾਲ ਪਾਣੀ ਵਰਤਾਉਂਦੇ ਸੀ। ਤੇ ਉਹ ਮਸ਼ਕ ਕਾਹਦੀ ਸੀ? ਚਮੜੇ ਦੀ। ਪ੍ਰਾਤਨ ਅੱਜ ਤੋਂ 40-45 ਵਰੇ ਪਹਿਲਾਂ ਤੁਸੀਂ ਵੇਖੋ, ਜਦੋਂ ਤੁਸੀਂ ਕਿਸੇ ਨਿਹੰਗ ਸਿੰਘ ਨੂੰ ਵੇਖਦੇ ਸੀ ਜਾਂ ਪਾਠੀ ਸਿੰਘ ਨੂੰ ਵੇਖਦੇ ਸੀ, ਉਹ ਚਮੜੇ ਦਾ ਉਹਨਾਂ ਦਾ ਹੁੰਦਾ ਸੀ, ਉਹ ਜਿਹੜਾ ਸ੍ਰੀ ਸਾਹਿਬ ਸੰਭਾਲ ਵਾਲਾ ਪਟਾ, ਉਹ ਵੀ ਬਣੇ ਹੁੰਦੇ ਸੀ, ਕਮਰ ਕੱਸੇ ਦੇ ਵਿੱਚ ਲੱਗੇ ਹੁੰਦੇ ਸੀਗੇ। ਸੋ ਇਹ ਨਹੀਂਗਾ ਕਿ ਪੈਰੀ ਜੁੱਤੀ ਨਹੀਂ ਪਾ ਸਕਦੇ, ਪੈਰ ਢੱਕਣ ਦੇ ਨਾਲ ਕੋਈ ਇਹ ਨਹੀਂ ਆ। ਜਲ ਛਿੜਕਾ ਜਿਹੜਾ ਸੀਗਾ, ਚਲੋ ਮੈਂ ਹੁਣ ਤੇ ਇਸ ਅਵਸਥਾ ਦੇ ਵਿੱਚ ਇੰਨੀ ਕੋਈ ਗਿਆਨ ਦੀ ਗੱਲ ਕਰਾਂ ਤੇ ਉਦਾਂ ਕਈਆਂ ਨੂੰ ਚੁਭਣੀ ਆ, ਉਹ ਸੀ ਮਿੱਟੀ ਘੱਡਾ ਨਾ ਉੱਡੇ। ਅੱਜ ਤਾਂ ਅਸੀਂ ਕਾਰਪੇਟਾਂ ਦੇ ਉੱਤੇ ਵੀ ਤਰੌਂਕਾ ਮਾਰਦੇ ਆ। ਇਹ ਨਵੀਂ ਕਾਰਪੇਟ ਵਿਛਾਈ ਦੀ ਫਿਰ ਵੀ ਤਰੌਂਕ, ਉਹਦਾ ਮਤਲਬ ਕੁਝ ਕਾਰਨ ਸੀ। ਮਤਲਬ ਵੇਖੋ, ਜਦੋਂ ਘੋੜਿਆਂ ਦੇ ਵਿੱਚ ਰਹਿੰਦੇ ਸੀ ਸਿੱਖ, ਤੇ ਉਦੋਂ ਮਹਾਰਾਜ ਦੇ ਸਰੂਪ ਨਾਲ ਰੱਖਦੇ ਸੀ, ਸਿੱਖੀ ਪੱਕੀ ਸੀਗੀ। ਅੱਜ ਇਹਨਾਂ ਚੀਜ਼ਾਂ ਤੋਂ ਬੜਾ ਉੱਠ ਕੇ ਚੱਲਣ ਦੀ ਲੋੜ ਆ, ਪਰ ਫਿਰ ਵੀ ਬੜੀ ਸ਼ਰਧਾਵਾਨ ਵੇਖੋ ਕਿ ਪੈਰਾਂ ਤੋਂ ਨੰਗੇ ਨੇ ਉਹਨਾਂ ਦੇ ਕਿੰਨੀ ਸਿੱਖੀ ਕਿੰਨੀ ਉਹਨਾਂ ਦੇ ਕੋਲ, ਤੇ ਸਾਡੇ ਕੋਲ ਤਾਂ ਸਿਰਫ ਗੱਲਾਂ ਹੀ ਨੇ। ਤੁਸੀਂ ਗੱਲ ਕਰ ਰਹੇ ਸੀ, ਕਰ ਲਓ, ਆਪਣੇ ਕੋਲ ਕਾਲ ਹੈ, ਇੱਕ ਵੇਖਦੇ ਆ ਕੀ ਕਹਿਣਾ ਚਾਹੁੰਦੇ ਆ। ਮੈਂ ਤਾਂ ਇਹ ਗੱਲ ਕਰ ਰਿਹਾ ਸੀ ਜਿਹਦੇ ਬਾਰੇ ਚ। ਹਾਂਜੀ, ਉਹ ਸਿੱਖ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਲ ਪ੍ਰਬੰਧ ਕੀ ਹੈ ਖਾਣ ਪੀਣ ਦਾ? ਉਹ ਕਹਿੰਦਾ ਤਾਲੇਬੰਦ ਨੂੰ ਪਹਿਲਾਂ ਮੁੜਿਆ ਤੇ ਸਰਕਾਰ ਨੇ ਗੁਰਦੁਆਰੇ 3 ਮਹੀਨੇ ਰਾਸ਼ਨ ਰੱਖ ਲਿਆ ਕੇ, ਸੁੱਕਾ ਦੁੱਧ ਰੱਖਤਾ, ਆਟਾ ਰੱਖਤਾ, ਦਾਲਾਂ ਰੱਖਤੀਆਂ, ਹੋਰ ਲੋੜੀਂਦੀਆਂ ਵਸਤਾਂ ਰੱਖਤੀਆਂ, ਸਾਬਣ ਰੱਖੋ, ਲੋ ਵੀ ਤੁਹਾਡੇ ਕੋਲ 3 ਮਹੀਨੇ ਰਾਸ਼ਨ ਆ ਗਿਆ, ਪਤਾ ਨਹੀਂ ਕੀ ਨਹੀਂ ਬਣਨਾ ਕੀ ਨਹੀਂ ਬਣਨਾ, ਤੁਸੀਂ ਆਰਾਮ ਨਾਲ ਇੱਥੇ ਆਪਣੇ ਗੁਰਦੁਆਰੇ ਚ ਰਹੋ, ਤੁਹਾਡੀ ਸਿਕਿਉਰਿਟੀ ਲਾ ਦਿੱਤੀ, ਤੁਹਾਨੂੰ ਕੋਈ ਕੁਛ ਨਹੀਂ ਕਿਹਾ ਜੀ। ਸਰਕਾਰ ਦੀ ਬਹਾਦਰੀ ਹੈ ਨਾ। ਇੱਥੇ ਕਰੋਨੇ ਦੇ ਲੋਕ ਕਿੰਨੇ ਭੁੱਖੇ ਮਰ ਗਏ, ਕਿੰਨੇ ਇਲਾਜ ਤੋਂ ਬਚकर ਮਰ ਗਏ, ਕਿਹਨੂੰ ਨਹੀਂ ਪਤਾ ਇਹਨਾਂ ਗੱਲਾਂ। ਨਾ ਅਸੀਂ ਕਹਿੰਦੇ ਭਾਵੇਂ ਮਾੜੀ ਸਰਕਾਰ ਦੀ ਚੰਗੀ ਸੀ, ਆਪਣੇ ਨਾਗਰਿਕਾਂ ਦਾ ਖਿਆਲ ਰੱਖਿਆ। ਤੁਸੀਂ ਕਾਰ ਰਹੋ, ਕੋਈ ਗੱਲ ਕਰੀਏ। ਹਾਂਜੀ, ਵੈਲਕਮ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਜੀ। ਜੀ ਸਤਿ ਸ਼੍ਰੀ ਅਕਾਲ। ਹਾਂ ਪੱਟੀ ਸਾਹਿਬ, ਦੇਖੋ ਤੁਸੀਂ ਹੁਣ ਆਪੇ ਜਦੋਂ ਦੱਸਤਾ ਵੀ ਤਾਲਿਬਾਨ ਨੇ ਖੁਦ ਕਿਹਾ, ਉਹਨਾਂ ਦੀ ਮਦਦ ਕੀਤੀ ਕਿ ਅਸੀਂ ਕੁਛ ਨਹੀਂ ਕਿਸੇ ਨੂੰ ਕਵਾਂਗੇ। ਹਾਲਾਂਕਿ ਉਹਨਾਂ ਦੇ ਜਿਹੜੇ ਲੀਡਰ ਦੇ ਆ, ਉਹ ਡੇ ਟੂ ਡੇ ਆਪਣੀਆਂ ਸਟੇਟਮੈਂਟਸ ਵੀ ਇਹ, ਹਾਂ ਕੱਲ ਨੂੰ ਕੀ ਕਰਦੇ ਆ ਫਿਊਚਰ ਦੇ ਵਿੱਚ ਉਸ ਦੀ ਆਪਾਂ ਟਾਕ ਨਹੀਂ ਕਰਦੇ, ਉਹ ਕੱਲ ਦੀ ਗੱਲ ਹੈ ਫਿਊਚਰ ਦੀ, ਹਨਾ। ਲੇਕਿਨ ਅੱਜ ਤੱਕ ਉਹ ਇਹੀ ਕਹਿ ਰਿਹਾ ਕਿ ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ, ਪਰੇਸ਼ਾਨ ਨਹੀਂ ਕਰਦੇ, ਪਰ ਤੁਸੀਂ ਰਹੋ, ਅਸੀਂ ਐਡਵਾਂਸ ਥਿੰਕਿੰਗ ਦੇ ਨਾਲ ਆਏ ਆ, ਇਕੱਠੇ ਹੋ ਕੇ ਕੰਟਰੀ ਨੂੰ ਚਲਾਈਏ ਵਗੈਰਾ ਵਗੈਰਾ। ਬਟ ਉਹਦੇ ਬਾਵਜੂਦ ਵੀ ਜਿਹੜੇ ਆਪਣਾ 3 ਗੁਰੂ ਸਾਹਿਬਾਨ ਲੈ ਕੇ ਆਏ ਆ ਸਿੱਖ, ਜਾਂ ਹੋਰ ਸਿੱਖ ਉੱਥੋਂ ਆ ਰਹੇ ਆ, ਉਹ ਪਲੱਸ ਕੁਛ ਕੁ ਦਿਨ ਪਹਿਲਾਂ 150 ਇੰਡੀਅਨਸ ਨੂੰ ਕਿਡਨੈਪ ਕਰਨ ਦੀ ਘਟਨਾ, ਪਲੱਸ ਹੋਰ ਜਿਹੜਾ ਇੰਡੀਅਨ ਮੀਡੀਆ ਦੇ ਵਿੱਚ ਦੇਖੋ ਕੂੜ ਪ੍ਰਚਾਰ ਚੱਲ ਰਿਹਾ, ਇਹ ਰਿਲੇਸ਼ਨ ਨੂੰ ਬੈਡ ਤੁਸੀਂ ਸੋਚਦੇ ਕਿ ਰਿਲੇਸ਼ਨ ਨੂੰ ਬੈਡ ਬਣਾ ਰਿਹਾ। ਤੇ ਕਿਤੇ ਨਾ ਕਿਤੇ ਮੈਨੂੰ ਇੱਕ ਇਹ ਵੀ ਲੱਗੇ ਕਿ ਕਈ ਜਗ੍ਹਾ ਅਸੀਂ ਇੱਕ ਆਰਟੀਕਲ ਪੜ੍ਹਦੇ ਹੁੰਦੇ ਆ ਬਈ ਕੁਛ ਤਾਕਤਾਂ ਜਿਹੜੀਆਂ ਉਹ ਸਿੱਖਾਂ ਨੂੰ ਅੱਗੇ ਰੱਖ ਕੇ ਆਪਣੀ ਲੜਾਈ ਲੜ ਰਹੀਆਂ ਨਾ। ਹੁਣ ਉਹ ਵੀ ਚੀਜ਼ ਇੱਥੇ ਵੀ ਦੇਖਣ ਚ ਆ ਰਹੀ ਆ ਬਈ ਹੁਣ ਜੇ ਉਹ ਸਿੱਖ 3 ਆਏ ਨੇ ਜਾਂ ਗੁਰੂ ਸਾਹਿਬ ਨੂੰ ਲੈ ਕੇ ਆਏ ਨੇ, ਜਾਂ ਕੁਛ ਸਿੱਖ ਹੋ ਸਕਦਾ ਉਹ ਮੌਕਾ ਦੇਖ ਕੇ ਆਏ ਹੋਣਗੇ ਵੀ ਚੱਲ ਅਸੀਂ ਇਸੇ ਬਹਾਨੇ ਨਾਲ ਬਾਹਰ ਨਿਕਲ ਜਾਈਏ, ਕੈਨੇਡਾ ਅਮਰੀਕਾ ਜਾ ਕੇ ਅਸਾਈਲਮ ਲੈ ਲਈਏ, ਤੇ ਉਸ ਚੀਜ਼ ਨੂੰ ਏਦਾਂ ਪ੍ਰਚਾਰਿਆ ਜਾ ਰਿਹਾ ਜੀ ਇਹਨਾਂ ਤੇ ਤਾਲਿਬਾਨ ਕਹਿਰ ਬਹੁਤ ਕਮਾ ਰਹੇ ਆ, ਤੇ ਹੁਣ ਇਹ ਜਾਣੀ ਕਿ ਉਹਨਾਂ ਤੋਂ ਛੁਟਕਾਰਾ ਪਾ ਕੇ ਬਾਹਰ ਆ ਰਹੇ ਆ, ਜਦਕਿ ਉਸ ਗੱਲ ਦੇ ਵਿੱਚ ਸੱਚਾਈ ਨਹੀਂ ਕੋਈ ਵੀ, ਤੁਸੀਂ ਖੁਦ ਹੀ ਕਹਿ ਰਹੇ ਹੋ। ਹਾਂਜੀ, तो मैं तो वो जानना चाहना भी की ਜਿਹੜੇ ਬਾਹਰ ਜਾ ਤੱਕੇ ਦੌੜ ਭੱਜ ਰਹੇ ਆ ਕਿ ਜ਼ਿਆਦਾ ਉਹਨਾਂ ਦੇ ਵਿੱਚ ਇੱਕ ਚੀਜ਼ ਮੈਂ ਹੋਰ ਡਿਸਕਸ ਕਰਨੀ ਚਾਹੂੰਗਾ, ਇਹ ਵੀ ਮੈਂ ਕਿਤੇ ਪੜ੍ਹਿਆ ਸੀ ਵੀ ਜਿਹੜੇ ਲੋਕ ਭੱਜ ਰਹੇ ਆ ਡਰ ਕੇ, ਉਹ ਇੱਕ ਉਹ ਆ ਵੀ ਜਿਹੜੇ ਉੱਥੇ ਆਪਣਾ ਅਫਗਾਨ ਗੌਰਮੈਂਟ ਦੇ ਨਾਲ ਜਿਹੜੇ ਕੰਮ ਕਰਦੇ ਸੀ, ਜਾਂ ਫਿਰ ਕੁਛ ਜਿਹੜੇ ਆਪਣੇ ਏਜੰਸੀਆਂ ਦੇ ਐਸੈਟਸ ਹੁੰਦੇ ਆ ਉਹਨਾਂ ਨਾਲ ਕੰਮ ਕਰਦੇ ਸੀ, ਕਿਉਂਕਿ ਉਹਨਾਂ ਨੂੰ ਹੁਣ ਡਰ ਆ ਵੀ ਜੇ ਅਸੀਂ ਫੜੇ ਗਏ ਤਾਂ ਉਹ ਕੀ ਸਜ਼ਾ ਮਿਲਣੀ ਆ, ਤੇ ਉਹ ਵੀ ਬਾਹਰ ਨਿਕਲਣਾ ਚਾਹੁੰਦੇ ਆ। ਹਾਂਜੀ, ਸੋ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਸਿੱਖਾਂ ਤੇ ਤਸ਼ੱਦਦ ਢਾਇਆ ਜਾ ਰਿਹਾ ਤੇ ਸਿੱਖ ਇਸ ਕਰਕੇ ਉੱਥੋਂ ਨਿਕਲ ਰਹੇ, ਇਹਦੇ ਚ ਕਿੰਨੀ ਸੱਚਾਈ ਹੈ ਜੀ? ਵੈਸੇ ਗੱਲਬਾਤ ਲੰਬੀ ਹੈ, ਸਾਡਾ ਸਮਾਂ ਹੋ ਗਿਆ ਜੀ। ਨਹੀਂ, ਇੱਕ ਮਿੰਟ ਬਾਅਦ ਪਹਿਲੇ ਦਿਨ ਅਸੀਂ ਇਸੇ ਮੰਚ ਤੋਂ ਇਸੇ ਸਤਵਾਰ ਤੋਂ ਗੱਲ ਕਹੀ ਸੀਗੀ ਕਿ ਜਿਹੜੇ ਤਾਲਿਬਾਨ ਉਹ ਨਵੇਂ ਤਰੀਕੇ ਨਾਲ ਆਏ ਆ, ਕਿਉਂਕਿ ਜਿਹੜੀ 30 ਸਾਲ ਬਾਅਦ ਜਦੋਂ ਆਏ ਜਾਂ 25 ਸਾਲ ਬਾਅਦ ਆਏ, ਹੁਣ ਨੌਜਵਾਨ ਤਾਲਿਬਾਨ ਆਏ ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਸਮਝਦੇ ਕਿ ਅਸੀਂ ਲੜਕੇ ਨਹੀਂ, ਅਸੀਂ ਸ਼ਾਂਤਮਈ ਤਰੀਕੇ ਨਾਲ ਵਿਕਾਸ ਕਰ ਸਕਦੇ। ਅੱਜ ਦੀ ਡੇਟ ਦੇ ਵਿੱਚ ਅਸੀਂ ਲੰਮੀ ਚੌੜੀ ਗੱਲ ਫੇਰ ਕਰਾਂਗੇ
ਜਿਹੜੇ ਸਾਡੇ ਅਮਰੀਕਨ ਵਿਗਿਆਨੀ ਆ ਉਹ ਉੱਥੇ ਗਏ, ਉਹ ਕਹਿੰਦੇ ਕਿ ਇੰਨੇ ਕੁ ਮਿਨਰਲ ਅਫਗਾਨਿਸਤਾਨ ਦੇ ਵਿੱਚ ਹੈਗੇ ਆ ਕਿ ਜੇ ਕਿਤੇ ਉਹ ਸਾਰੇ ਕੱਢਣੇ ਸ਼ੁਰੂ ਕਰ ਲਈਏ ਤੇ ਅਫਗਾਨਿਸਤਾਨ ਸਭ ਤੋਂ ਅਮੀਰ ਦੇਸ਼ ਬਣ ਸਕਦਾ। ਇੱਥੇ ਰੱਖ ਉਹ ਦੱਸਾਂਗੇ ਅਸੀਂ ਕਿਹੜੇ ਕਿਹੜੇ ਮਿਨਰਲ ਨੇ, ਇਹ ਗੱਲ ਅਸੀਂ ਪੂਰੀ ਦੱਸਾਂਗੇ। ਸਮਾਂ ਤੇ ਸਾਡੇ ਕੋਲ ਟਾਈਮ ਨਹੀਂ, ਇਸ ਕਰਕੇ ਇਹ ਪ੍ਰਚਾਰ ਜ਼ਿਆਦਾ ਕੀਤਾ ਜਾ ਰਿਹਾ ਸੀ। ਗੱਲ ਇੰਨੀ ਹੈ ਨਹੀਂ, ਉਹ ਬੜੇ ਸ਼ਾਂਤਮਈ, ਇਹਨੂੰ ਇੱਕ ਗੋਲੀ ਨਹੀਂ ਚਲਾਈ, ਕਾਬਲ ਤੇ ਕਬਜ਼ਾ ਕੀਤਾ ਕਿ ਗੋਲੀ ਨਹੀਂ ਚਲਾਈ ਉਹਨੇ। ਨਹੀਂ, ਕਾਬਲ ਤੇ ਕਬਜ਼ਾ ਕੀਤਾ, ਗੋਲੀ ਨਹੀਂ ਚਲਾਈ। ਗੋਲੀ ਚੱਲਦੀ ਆ, ਉਹ ਸਾਡੇ ਤੱਕ ਖਬਰ ਆਵੇ ਚਾਹੇ ਨਾ ਆਵੇ। ਪੱਟੀ ਸਾਹਿਬ ਆਪਾਂ ਸਿੱਧਾ ਕਲੀਅਰ ਨਹੀਂ ਬਖਸ਼ ਸਕਦੇ ਉਹਨਾਂ ਨੂੰ। ਦੇਖੋ ਕਮੇਡੀਅਨ ਨੂੰ ਆਪ ਮੰਨ ਗਏ ਨੇ, ਕਮੇਡੀਅਨ ਬੰਦਾ ਆ, ਆਪ ਸਿਰ ਫੇਰੇ ਹਰ ਥਾਂ ਤੇ, ਇਹ ਕਹਿ ਲਓ ਤੁਸੀਂ, ਇਦਾਂ ਨਿਬੇੜ ਸਕਦੇ ਆਪਾਂ। ਅੱਜ ਹੀ ਉਹ ਬਾਦਸ਼ਾਹ ਜਿਹੜਾ ਕਮੇਡੀਅਨ ਆ, ਉਹਦੀ ਵੀਡੀਓ ਆ ਗਈ ਆ, ਆਪ ਮੰਨ ਗਏ ਨੇ। ਇਹ PTI ਦੀ ਨਿਊਜ਼ ਆ, ਇੰਟਰਨੈਸ਼ਨਲ ਡੈਸਕ ਦੀ ਨਿਊਜ਼ ਆ, ਮੰਨ ਗਏ ਨੇ। ਮੈਂ ਜਰਾ ਚ ਨਹੀਂ ਪੈਂਦਾ ਹੁੰਦਾ, ਮੰਨ ਗਏ ਨੇ ਕਿ ਸਾਡੇ ਬੰਦਿਆਂ ਨੇ ਮਾਰਿਆ। ਇਸ ਤਰ੍ਹਾਂ ਕਹਿ ਲਈਏ ਕਿ ਸਿਰ ਫੇਰੇ ਜਿਹੜੇ ਨੇ ਉਹ ਕਿਸੇ ਵਕਤ ਕੋਈ ਵੀ ਅੰਜਾਮ ਕਰ ਸਕਦੇ ਨੇ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਅੱਜ ਉਹਨਾਂ ਦੀ ਜਨਰੇਸ਼ਨ ਨਵੀਂ ਜਿਹੜੀ ਆ ਪੜ੍ਹੀ ਲਿਖੀ ਆ ਰਹੀ ਆ, ਉਹਨਾਂ ਦੇ ਚਿਹਰੇ ਵੇਖੋ ਤੁਸੀਂ, 40 ਤੋਂ 50 ਸਾਲ ਦੇ ਦਰਮਿਆਨ ਦੇ ਵਿੱਚ ਨੇ, ਉਹ ਐਜੂਕੇਟਡ ਨੇ, ਉਹ ਪੁਰਾਣੇ ਮੂਲਵਾਦੀ ਵਿਚਾਰਾਂ ਨੂੰ ਤਿਆਗਣਾ ਚਾਹੁੰਦੇ ਨੇ। ਪਰ ਇਹ ਨਹੀਂ ਕਿ ਉੱਥੇ ਕਤਲ ਨਹੀਂ ਹੋ ਰਹੇ ਜਾਂ ਉੱਥੇ ਵਧੀਕੀਆਂ ਨਹੀਂ ਹੋ ਰਹੀਆਂ ਜਾਂ ਉਹ ਜਿਹੜੀ ਗੱਲ ਕਹਿ ਰਹੇ ਨੇ ਉਹ ਪੂਰੀ ਕਰ ਰਹੇ ਨੇ, ਨਹੀਂ, ਅਜੇ ਵੀ ਉੱਥੇ ਹੋ ਰਿਹਾ। ਤੁਸੀਂ ਦੇਖੋ ਉਹ ਕਮੇਡੀਅਨ ਨੂੰ ਪਹਿਲਾਂ ਗੋਲੀ ਮਾਰਤੀ, ਤੁਸੀਂ ਸ਼ਰਣੀਕਾ ਤਾਂ ਸਿਰ ਵੱਢ ਦਿੱਤਾ ਉਹਦਾ। ਇਹਦਾ ਮਤਲਬ ਕੀ ਤੁਹਾਡੇ ਵਿੱਚ ਅੰਦਰ ਕੋਈ ਇਹੋ ਜਿਹੇ ਬੰਦੇ ਹਨ, ਪਨਪ ਰਹੇ ਹਨ, ਪਨਪੇ ਹੋਏ ਨੇ, ਜਿਨ੍ਹਾਂ ਨੂੰ ਤੁਸੀਂ ਅਜੇ ਮਤਲਬ ਕਿਵੇਂ ਉਹਨਾਂ ਨੂੰ ਮੈਨੂਪੂਲੇਟ ਕਰਦੇ ਨੇ, ਕਿਵੇਂ ਵਾਪਸ ਲਿਆਉਂਦੇ ਨੇ, ਉਹ ਦੈਟਸ ਅ ਡਿਫਰੈਂਟ ਸਟੋਰੀ। ਪਰ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ। ਇਹ ਗੱਲ ਨਹੀਂ ਹੈਗਾ ਵੀ ਤਾਲਿਬਾਨ ਨੂੰ ਬਰੀ ਕਰ ਦਿਓ ਜੀ। ਤੁਸੀਂ ਮੇਰੀ ਗੱਲ ਨੂੰ ਫੋਲੋ ਨਹੀਂ ਕੀਤਾ। ਮੈਂ ਗੋਲੀ ਚਲਾਉਣ ਮਤਲਬ ਇਹ ਨਹੀਂ ਕਿ ਉੱਥੇ ਬੜੀ ਜੰਗ ਤਕੜੀ ਹੋਈ ਹੈ। ਦੇਖੋ ਹਵਾ 'ਚ ਗੋਲੀ ਚੱਲੀਆਂ, ਉੱਥੇ ਬੜੀ ਚੱਲੀਆਂ, ਬੰਦੇ ਵੀ ਇੱਕ ਤੋਂ ਮਰੇ ਹੋਣਗੇ। ਹੁਣ ਅਸੀਂ ਪੰਛੀ ਨੂੰ ਕਿਵੇਂ ਕਹਿ ਸਕਦੇ ਹਾਂ? ਪੰਛੀਲ ਦੇ ਵਿੱਚ ਦੋ ਪਾਸੇ ਗੋਲੀ ਚੱਲ ਰਹੀ ਹੈ, ਉਹਦੇ ਬੰਦੇ ਮਰ ਰਹੇ। ਮੈਂ ਕਾਬਲ ਦੀ ਗੱਲ ਕੀਤੀ ਹੈ, ਕਾਬਲ ਦੀ ਗੱਲ ਆਪਾਂ ਵੀ ਕੀਤੀ ਹੈ। ਮੈਂ ਤੁਹਾਡੇ ਨਾਲ ਬਿਲਕੁਲ ਸਹੀ ਹਾਂ ਵੀ ਕਾਬਲ ਦੇ ਵਿੱਚ ਉਹਨਾਂ ਨੇ ਘੇਰਾ ਪਾ ਲਿਆ। ਗਨੀ ਵੀ ਇਸੇ ਕਰਕੇ ਗਿਆ ਕਿ ਮੈਂ ਚਾਹੁੰਦਾ ਤੇ ਲੜ ਸਕਦਾ ਸੀ, ਪਰ ਮੈਂ ਚਾਹੁੰਦਾ ਕਿ ਨਹੀਂ। ਤੇ ਹੁਣ ਗੱਲ ਤੇ ਆ ਨਾ, ਗੱਲ ਤੇ ਇਹ ਨਾ ਵੀ ਗਨੀ ਕਿਉਂ ਗਿਆ? ਗਨੀ ਐਵੇਂ ਨਹੀਂ ਗਿਆ। ਜਿਹੜਾ ਦੋਹਾ ਕਤਰ ਦੇ ਵਿੱਚ ਇਹਨਾਂ ਦਾ ਸਮਝੌਤਾ, ਬਹੁਤ ਸਾਰੀਆਂ ਗੁੰਝਲਾਂ ਨੇ ਉਹਦੇ ਵਿੱਚ, ਉਹ ਅਜੇ ਤੱਕ ਕਿਤੇ ਖੁੱਲ ਕੇ ਲਿਖ ਦੇਵੇ। ਅੱਜ ਮੈਂ 2 ਆਰਟੀਕਲ ਸਾਂਝੇ ਕੀਤੇ ਨੇ। ਮੈਂ ਜਰਾ ਨਹੀਂ ਕਰਦਾ ਹੁੰਦਾ ਪੱਟੀ ਸਾਹਿਬ, ਜਿਹੜੀ ਚੀਜ਼ ਦਾ ਮੈਨੂੰ ਨੌਲੇਜ ਨਾ ਹੋਵੇ ਮੈਂ ਉਸ ਵੇਲੇ ਕਹਿ ਦਿੰਦਾ ਨਾ ਵੀ ਸਾਈਡ ਤੇ 2 ਆਰਟੀਕਲ ਪੜ੍ਹੇ ਨੇ ਮੈਂ। ਇੱਕ, ਅਫਗਾਨਿਸਤਾਨ ਚੋਂ ਅਮਰੀਕਾ ਦੀ ਫੌਜਾਂ ਰੁਖਸਤ ਕਿਉਂ ਹੋਈਆਂ। ਦੂਜਾ ਸੀ, ਆਸਟ੍ਰੇਲੀਆ ਸਵੀਕਾਰ ਕਰੇ ਕਿ ਅਫਗਾਨਿਸਤਾਨ ਚੋਂ ਜਿਹੜੀ ਹਿੱਸੇਦਾਰੀ ਹੈ ਅਸਲ ਦੇ ਵਿੱਚ ਕਿਉਂ ਉਹ ਵੀ ਫੇਲ ਹੋਏ ਨੇ। ਨਾਟੋ ਫੌਜਾਂ ਕਿਉਂ ਫੇਲ ਹੋਈਆਂ ਨੇ। 800 ਅਰਬ 2001 ਤੋਂ ਲੈ ਕੇ ਹੁਣ ਤੱਕ ਉੱਥੇ ਅਮਰੀਕਾ ਦੀਆਂ ਫੌਜਾਂ ਨਾਟੋ ਦੀਆਂ ਖਰਚ ਕਰ 800 ਅਰਬ। ਕੀ ਤੁਹਾਨੂੰ ਲੱਗਦਾ, ਤੁਸੀਂ ਦੱਸੋ, ਅਸੀਂ ਘਰ ਮੂਵ ਕਰਨਾ ਹੋਵੇ ਨਾ ਆਪਣਾ ਘਰ, ਤੇ ਅਸੀਂ ਘਰ ਦੀ ਜ਼ਿਆਦਾ ਚੀਜ਼ ਜਿਹੜੀ ਸਾਡੇ ਲੋੜਵੰਦ ਨਹੀਂ, ਅਸੀਂ ਸੁੱਟਦੇ ਹਾਂ ਗਾਰ ਵਿੱਚ, ਠੀਕ ਹੈ? ਤੇ ਜਿਹੜੀ ਕੱਲੀ ਚੀਜ਼ ਹੋਵੇ ਨਾ, ਅਸੀਂ ਸਰਮਾਇਆ ਚੁੱਕ ਕੇ ਲੈ ਕੇ ਇਹ ਉੱਥੇ ਪਲੇਨ ਵੀ ਛੱਡ ਆਏ, ਹੈਲੀਕਾਪਟਰ ਵੀ ਛੱਡ ਆਇਆ, ਹਥਿਆਰ ਵੀ ਛੱਡ ਆਇਆ, ਅਸਲਾ ਵੀ ਛੱਡ ਆਇਆ, ਪੈਸਾ ਵੀ ਛੱਡ ਆਇਆ। ਆਹ ਜਿਹੜੇ ਬੰਦੇ ਹੁਣ ਕੱਢ ਰਹੇ ਨੇ ਇਹ 31 ਅਗਸਤ ਤੋਂ ਤੱਕ, ਪਹਿਲਾਂ ਕੀ ਇਹਨਾਂ ਕੋਈ ਇਹੋ ਜਿਹੀ ਕੋਈ ਪਲਾਨ ਨਹੀਂ ਹੈਗੀ ਕਿ ਬੰਦੇ ਪਹਿਲਾਂ ਕੱਢਦੇ ਆਪਣੇ? ਹੁਣ ਤੱਕ ਹੁਣ ਕਿੰਨੇ ਮਰ ਗਏ? 7 ਤੇ ਉੱਥੇ ਹਫੜਾ ਦਫੜੀ ਚ ਮਰ ਗਏ। ਇੱਕ ਮੌਤ ਵੀ ਹੋ ਜਾਣੀ ਬੜੀ ਵੱਡੀ ਗੱਲ ਆ ਜੇ ਇਦਾਂ ਹੁੰਦੀ ਆ। ਜਿਹਦਾ ਮਰ ਗਿਆ ਉਹਨੂੰ ਪੁੱਛੀਏ। ਹਵਾ 'ਚ ਗੋਲੀਆਂ ਚਲਾਈਆਂ ਕਾਬਲ ਨੂੰ, ਮੈਂ ਤਾਂ ਨਾ ਬਿਲਕੁਲ ਸਹਿਮਤ ਹਾਂ। ਗਨੀ ਨੇ ਵੀ ਹੱਥ ਖੜੇ ਕਿਉਂ ਕੀਤੇ, ਕਿਉਂ ਗਿਆ? ਇੱਕ ਬਿਆਨ ਆਇਆ ਜੋ ਬਾਈਡਨ ਦਾ ਕਿ ਉਹ ਲੜਨਾ ਨਹੀਂ ਚਾਹੁੰਦੇ ਤੇ ਅਸੀਂ ਕੋ ਲੜੀਏ। ਰਲੀਆਂ ਚੁਗੀਆਂ ਨੇ। ਜੇ ਉਹਨਾਂ ਨੇ ਉਹਨੂੰ ਘੇਰਨਾ ਹੁੰਦਾ ਤੇ ਉਹਨੂੰ ਵੀ ਘੇਰ ਸਕਦੇ ਸੀ। ਇੱਕ ਪਾਸੇ ਇੰਨੇ ਕੁ ਲੋਕ, ਇੱਕ ਪਾਸੇ ਏਡੀ ਵੱਡੀ ਫੌਜ। ਵੇਖਣ ਵਾਲੀ ਗੱਲ ਇਹ ਵੀ ਹੈ ਨਾ, ਕੁਝ ਤਾਂ ਹੈ ਨਾ ਅੰਦਰੋਂ ਬੜੀ ਵੱਡੀ ਇੱਕ ਖਿਜੜ ਪੱਪਾ ਤਿਆਰ ਹੋਇਆ ਜਿਹੜਾ ਸਾਨੂੰ ਤੁਹਾਨੂੰ ਦਿਖਾਈ ਦਿੰਦਾ ਪਰ ਅਸੀਂ ਬੋਲ ਨਹੀਂ ਸਕਦੇ। ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਸੀ ਵੀ ਜਿੰਨਾ ਚਿਰ ਉੱਥੇ ਜਿਹੜੀ ਆ ਆਰਜੀ ਸਰਕਾਰ ਨਹੀਂ ਬਣ ਜਾਂਦੀ ਉਹਨਾਂ ਚਿਰ ਇਹ ਜੰਗ ਜਾਰੀ ਰਹਿਣੀ। ਬਿਲਕੁਲ ਅੱਜ ਜੰਗ ਰਹਿਣੀ। ਉੱਥੇ ਇੱਕ ਨਹੀਂ, ਉੱਥੇ ਕਈ ਤਾਲਿਬਾਨ ਜਥੇਬੰਦੀਆਂ ਵਾ। ਹੁਣ ਜਿਹੜੀ ਮੀਟਿੰਗਾਂ ਕੱਲ੍ਹ ਦੀਆਂ ਸ਼ੁਰੂ ਹੋਈਆਂ, ਉਮੀਦ ਆ ਵੀ ਜਲਦੀ ਵੀ ਉੱਥੇ ਜਿਹੜੀ ਕੰਮ ਸ਼ੁਰੂ ਸਰਕਾਰ ਬਣ ਜਾਏਗੀ। ਜੇ ਸਰਕਾਰ ਬਣ ਜਾਏਗੀ ਤੇ ਫਿਰ ਜ਼ਿੰਮੇਵਾਰੀ ਫਿਕਸ ਹੋ ਜਾਏਗੀ ਜੀ। ਅੱਜ ਵੇਖੋ ਉਹਨਾਂ ਨੇ ਕਹਿਤਾ 31 ਤਰੀਕ ਤੋਂ ਪਹਿਲਾਂ ਨਿਕਲ ਜਾਓ ਜੀ। ਤੇ ਇਧਰ ਜੋ ਮੀਟਿੰਗ ਵੀ ਕਰ ਲਈ ਉਹਨਾਂ ਦੇ ਕੋਲ ਜਾ ਕੇ, ਜਿਹੜੇ CI ਵਾਲੀ ਮੀਟਿੰਗ ਵੀ ਕਰ ਲਈ ਉਹਨਾਂ ਜਾ ਕੇ, ਜਿਹੜਾ ਮੁੱਲਾ ਬਰਾਦਰ ਨਾਲ। ਹਾਂ, ਤੇ ਜੋ ਬਾਈਡਨ ਕਹਿੰਦਾ ਕਿ ਸਾਡੇ ਕੋਲ ਸ਼ਾਇਦ ਅਜੇ ਵੀ ਸਮਾਂ ਲੱਗੇ,
ਵੀ ਅਸੀਂ 31 ਤੋਂ ਥੋੜੇ ਦਿਨ ਬਾਅਦ ਵੀ ਰਹਿ ਸਕਦੇ ਹਾਂ, ਤੇ ਉਧਰ ਪੰਜ ਸ਼ੀਰ ਵਾਲਿਆਂ ਨੂੰ ਵੀ ਸ਼ਹਿ ਦੇਤੀ ਵੀ ਤੁਸੀਂ ਚੱਕੋ, ਇੱਕ ਬਿਆਨ ਦੇ ਦਿਓ ਵੀ ਸਾਨੂੰ ਹਥਿਆਰ ਦੇਵੇ, ਵੀ ਅਗਲਿਆਂ ਤੇ ਵੀ ਦਬਾਅ ਬਣਿਆ ਰਵੇ। ਜੀ 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 ਇਹਨਾਂ ਨੇ ਹਥਿਆਰ ਹੀ ਸੁੱਟਣੇ ਨੇ। ਆਪਾਂ ਕੱਲ ਗੱਲ ਕਰਦੇ ਫਿਰ 200 ਕਿਲੋਮੀਟਰ ਇੱਧਰ, 300 ਕਿਲੋਮੀਟਰ, ਤੇ ਜਿੱਦਣ ਗਏ ਸੀ ਉਦਣ ਕੀ ਸੀ, ਉਦਣ ਸਾਰਾ ਹੀ ਉਹਨਾਂ ਦਾ ਸੀਗਾ। ਸਾਰਾ ਉਹਨਾਂ ਨੇ ਬਿਲਕੁਲ। ਜੇ ਉੱਥੋਂ ਉੱਡ ਕੇ ਆ ਕੇ ਉਹ 9/11 ਦਾ ਹਮਲਾ ਕਰਕੇ ਜਾ ਸਕਦੇ ਨੇ, ਟਵਿਨ ਟਾਵਰ ਦੁਨੀਆ ਦੀ ਸਭ ਤੋਂ ਵੱਡੀ ਸਿਕਿਉਰਿਟੀ ਤੇ ਸਭ ਤੋਂ ਵੱਡਾ ਮਤਲਬ ਮਜ਼ਬੂਤ ਉਹ ਟਾਵਰ ਸੁੱਟ ਸਕਦੇ ਨੇ ਉਸ ਵਕਤ ਜਦੋਂ ਇਹ ਗਏ ਨੇ, ਤੇ ਉਦੋਂ ਤੋਂ ਉਹਨਾਂ ਦਾ ਹੀ ਰਾਜ ਸੀ ਉੱਥੇ, ਹਨਾ। ਬਿਲਕੁਲ। ਤੇ ਹੁਣ ਤਾਂ ਇਹਨਾਂ ਨੂੰ ਉਹਦੀ ਧਰਾਤਲ ਦਾ ਵੀ ਪਤਾ, ਨਕਸ਼ੇ ਦਾ ਵੀ ਪਤਾ, ਸਭ ਕੁਝ ਪਤਾ। ਹੁਣ ਤੇ ਇਹਨਾਂ ਦੀ ਜੇ ਉਹਨਾਂ 'ਚ ਇੰਨੀ ਦਮ ਆ ਤੇ 600 ਬੰਦਾ ਕੀ ਆ? ਇੱਕ ਪਾਸੇ ਉਹਨਾਂ ਦੀ ਲੱਖਾਂ ਦੇ ਤਾਦਾਦ ਦੇ ਵਿੱਚ ਫੌਜ, ਤੇ ਇੱਕ ਪਾਸੇ 600-700 ਬੰਦਾ ਇਹਨਾਂ ਦਾ ਟੋਟਲ। ਜਿੰਨੇ ਵੀ ਨਾਟੋ ਦੇ ਤੁਸੀਂ ਪੁਲਿਸ ਆਰਮੀ ਦੇਖ ਲਓ, ਵੱਧ ਤੋਂ 2000 ਜਾਂ 4000 ਹੋਊ। ਜੀ 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 2000 ਜਾਂ 4000 ਹੀ ਹੋਊਗੀ ਨਾ, ਜਿੰਨੀ ਵੀ ਹੈਗੀ। ਤੇ ਇਹ ਇਹਨਾਂ ਵੱਲ ਸੰਧੀ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਜ਼ਰੂਰ ਕਾਲਾ ਮਾਲਾ ਹੈ ਵੀ ਜਿਹੜਾ ਸਾਨੂੰ ਤੁਹਾਨੂੰ ਸਮਝ ਨਹੀਂ ਆਉਂਦਾ। ਵੈਸੇ ਅਸੀਂ ਆਪਸ ਵਿੱਚ ਜਿਹੜਾ ਕਰਦੇ ਹਾਂ, ਆਪਸ ਵਿੱਚ ਕਰਦੇ ਹਾਂ ਵੀ ਉਹ ਗੱਲ ਆ, ਗੱਲ ਤੇ ਗੱਲ ਨੂੰ ਤੋੜਨ ਵਾਸਤੇ ਹੁੰਦੀ ਆ ਵੀ ਮੈਂ ਕੁਛ ਕਹਾਂ ਤੁਸੀਂ ਕੁਛ ਕਹੋ, ਅਗਲਾ ਕੁਛ ਆ ਕੇ ਹੋਰ ਇੰਟਰਫੇਅਰ ਕਰੇ, ਮਜ਼ਾ ਤਾਂ ਬਣਦਾ, ਹਨਾ। ਬਿਲਕੁਲ ਬਿਲਕੁਲ। ਤੇ ਟਾਕ ਸ਼ੋ ਇਹਨੂੰ ਕਹਿੰਦੇ ਆ। ਮੈਂ ਤਾਂ ਬਿਲਕੁਲ ਸਹਿਮਤ ਹਾਂ ਕਿ ਕਾਬੂ ਦੇ ਵਿੱਚ ਇਹਨਾਂ ਨੇ ਜਦੋਂ ਕਬਜ਼ਾ ਕੀਤਾ, ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਉਹ ਜਾਣ ਵਾਲਾ, ਉਹਨੂੰ ਨਿਕਲ ਲੈਣ ਦੀਏ, ਬਿਨਾਂ ਗੋਲੀ ਚਲਾਇਆ ਹੀ ਸਾਨੂੰ ਜਿਹੜਾ ਵਾ ਉਹ ਸਭ ਕੁਝ ਮਿਲ ਜਾਣਾ, ਤੇ ਸਾਨੂੰ ਗੋਲੀ ਚਲਾਉਣ ਦੀ ਲੋੜ ਕੀ ਆ? ਜੀ 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 ਉਹ ਵੀ ਸਿਆਣਪ ਆ ਉਹਨਾਂ ਦੀ। ਇਹਦਾ ਮਤਲਬ ਉਹ ਪੜ੍ਹੇ ਲਿਖੇ ਦਾ ਸਬੂਤ ਦਿੱਤਾ ਉਹਨਾਂ ਨੇ ਉੱਥੇ ਆ ਕੇ ਵੀ ਨਹੀਂ, ਵੀ ਸਾਡੇ ਹੀ ਮਰਨੇ ਆਪਣੇ ਹੀ। ਜੀ ਬਿਲਕੁਲ ਠੀਕ ਹੈ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਸ਼ੁਕਰੀਆ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।